और मेरे वास्ते दुआ करनी खुदा मैनू होर भी बुद्ध दवे अपनी समझ दवे ताकि मैं खुदा की हजूरी विच चंगे तरीके नाल चल सकां ते खुदा दे डर भैर विच रहां। सारिआं जय मसीह दी, खुदा दे दासां जय मसीह दी। एक गवाही हो है, मैं पास्टर जी को दसना ही मेरे ब्रदर की सेवा करते हैं उन्होंने जो पास्टर पठानकोट में रहते जैकब जॉन उन्होंने 5000 के लिए लोगों के बहन की जगह बना रहे हैं। कम से कम 4-5 करोड़ के दसते भी उत्थे लगना है। तो उन्होंने मैनू भी मैसेज किया ही जे कोई तुहाडे चर्च के देना चाहता है कोई दान तो भी दे सकता। मैं दसिया नहीं पास्टर जी होना भी चंगा नहीं लगता, लेकिन अज खुदा दे आत्मा ने कहा तो जे कोई देना चाहता है तो पास्टर जी को दस सकता है, क्योंकि खुदा दे थोड़े पैसे ना नहीं चल सकते, लेकिन की है सहयोग सब लोग जो देंगे हैं तो खुदा उन्हें पूरा करता है। खुदा का धन्यवाद होवे उस चर्च को अपने हाथों में लै गया। सारे जय श्री खुदा दास जय श्री। और कोई प्रभु की महिमा के लिए गवाही देना चाहे भाई? सारे जय श्री रब दा दास। मेरी ना पत्नी पिछले हफ्ते ठीक नहीं और आपने ठीक किया डिलीवरी की हालेलुया। और कोई प्रभु की महिमा के लिए कोई भाई गवाही देना चाहे जल्दी? हालेलुया हालेलुया। सारी मसीह कलीसिया नूं मेरे वालों जय मसीह दी, खुदा दे दासां नूं भी जय मसीह दी। पिछले हफ्ते जी साडे कोल टाइम नहीं हैगा बोलते चलो पिछे बैठे, चलो खुद ही हजूरी च बैठे, चलो अगे बैठो पिछे बैठो, मन च तिथे होने चाहिए सारिਆਂ ਦਾ। ਤੇ ਗਵਾਹੀ ਆ ਜਦੋਂ ਆਪਾਂ ਨਵੇਂ ਕਲੀਸਿਆ ਵਿੱਚ ਆਏ ਸੀਗੇ, ਮੈਂ ਤੇ ਭਾਈ ਸੁਖਦੇਵ ਨੇ ਆਪਾਂ ਨਵੇਂ ਸਾਲ ਦੇ ਦਿਨ ਆਪਾਂ ਇਸ ਦੂਸਰਾ ਹਾਲ ਸੀਗਾ ਉਹਦੇ ਵਿੱਚ ਮੀਟਿੰਗ ਕੀਤੀ ਸੀਗੀ। ਉਹਦੇ ਵਿੱਚ ਖੁਦਾ ਨੇ ਗੱਲ ਕੀਤੀ ਸੀਗੀ ਸਾਡੇ ਨਾਲ ਕਿ ਜਦੋਂ ਅਸੀਂ ਹਜ਼ੂਰੀ ਦੇ ਵਿੱਚ ਆਏ ਆ, ਜਦੋਂ ਆਰਾਧਨਾ ਹੁੰਦੀ ਪਈ ਸੀਗੀ ਉਦੋਂ ਆਨੰਦ ਹੀ ਇੰਨਾ ਆਇਆ ਸੀਗਾ ਕਿ ਆਪਾਂ ਮੈਂ ਸੋਚਦਾ ਸੀਗਾ ਕਿ ਜੇ ਇੱਥੇ ਹੀ ਨਾ ਆਨੰਦ ਆ ਤੇ ਜੋ ਖੁਦਾ ਨੇ ਆਪਣੇ ਨਾ ਹੱਥ ਲਾਇਆ ਨਾ ਕੋਈ ਜਿਹੜੀ ਚੀਜ਼ ਸਾਡੇ ਲਈ ਭਵਨ ਤਿਆਰ ਕੀਤਾ ਹੈ ਨया ਯਰੂਸ਼ਲਮ ਜਿਹੜਾ ਖੁਦਾ ਨੇ ਸਾਡੇ ਲਈ ਤਿਆਰ ਕੀਤਾ ਉਹਦੇ ਵਿੱਚ ਕਿੰਨਾ ਆਨੰਦ ਹੋਊਗਾ ਜਿੱਥੇ 24 ਘੰਟੇ ਆਰਾਧਨਾ ਹੀ ਹੁੰਦੀ ਹੈ। ਉਹ ਤੋਂ ਬਾਅਦ ਇਸ ਕਲੀਸਿਆ ਦੇ ਨਾਲ ਜੁੜੇ ਆ। ਖੁਦਾ ਦੇ ਦਾਸਾਂ ਨੇ ਸਾਨੂੰ ਇਹ ਉਹ ਦਿੱਤੇ ਸੀਗੇ ਵਿਸ਼ੇ, ਇਹਨਾਂ ਦੇ ਉੱਪਰ ਦੁਆ ਕਰਨੀ ਕਿ ਜਾਤੀ ਦੇ ਲੋਕ ਇੱਥੇ ਆ ਸਕਣ। ਖੁਦਾ ਦਾ ਧੰਨਵਾਦ ਕਰਦੇ ਆ। ਅੱਜ ਦੇਖਣ ਨੂੰ ਬਹੁਤ ਜਾਤੀ ਦੇ ਲੋਕ ਆਏ ਆ। ਜੇ ਹੁਣ ਆਪਾਂ ਅਪਣਾਏ ਗਏ ਆ, ਆਪਾਂ ਸਾਨੂੰ ਸੁੱਖ ਹੀਗਾ ਆਪਾਂ ਤਾਂ ਨਹੀਂ ਅਪਣਾਏ ਗਏ, ਸਾਨੂੰ ਦੁੱਖ ਹੀਗਾ ਤਾਂ ਆਪਾਂ ਅਪਣਾਏ ਗਏ ਆ। ਜੇ ਸਾਨੂੰ ਦੁੱਖ ਹੀਗਾ ਤਾਂ ਹੀ ਆਪਾਂ ਹਜ਼ੂਰੀ ਦੇ ਵਿੱਚ ਆਏ ਹਾਂ। ਜਿੱਦਾਂ ਭਾਈ ਹੋਣਾ ਨੇ ਦੱਸਿਆ ਕਿ ਮੈਂ ਬਹੁਤ ਦੁਖੀ ਹੋ ਗਿਆ ਸੀਗਾ। ਜੇ ਮੈਨੇ ਬਹੁਤ ਵੱਡੀ ਗਵਾਹੀ ਹੈ ਭਾਈ ਹੋਣਾ ਦੀ ਕਿ ਸਾਨੂੰ ਦੁਖੀ ਹੀਗੇ। ਜੇ ਆਪਾਂ ਸੁਖੀ ਹੁੰਦੇ ਆਪਾਂ ਕਦੀ ਵੀ ਨਹੀਂ ਹਜ਼ੂਰੀ ਚ ਆਉਣਾ ਸੀਗਾ। ਆਪਾਂ ਦੁਖੀ ਆ ਤੇ ਤਾਈਓ ਇਹ ਹਜ਼ੂਰੀ ਦੇ ਵਿੱਚ ਆ ਸਕੇ ਹਾਂ। ਖੁਦਾ ਦਾ ਧੰਨਵਾਦ ਕਰਦੇ ਹਾਂ, ਖੁਦਾ ਨੇ ਸਾਨੂੰ ਚੁਣਿਆ। ਜਿੱਦਾਂ ਭਾਈ ਹੋਣਾ ਨੇ ਕਿਹਾ ਹੈ ਕਿ ਆਪਾਂ ਨਹੀਂ ਖੁਦਾ ਨੂੰ ਚੁਣਿਆ, ਖੁਦਾ ਨੇ ਸਾਨੂੰ ਚੁਣਿਆ ਹੈ। ਖੁਦਾ ਦਾ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਜਾਤੀ ਦੇ ਲੋਕ ਇਸ ਭਵਨ ਤੇ ਆ ਸਕਣ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ। हालेलुया हालेलुया। और कोई प्रभु की महिमा ਲਈ कोई गवाही देना चाहे? और मेरी एक छोटी जी गवाही है। और मैं 5-7 दिनों तो काफ़ी प्रॉब्लम में सीगा। मेरी छाती ਦੇ ਵਿੱਚ दर्द काफ़ी ज़्यादा हो रही सीगी और मैंने डाउट सीगा कि मेरा ब्लड ਜਿਹੜਾ ਹੈ ਸੰਘਣਾ ਹੋ ਚੁੱਕਾ ਹੈ। और रात ਨੂੰ ਵੀ ਇਦਾਂ ਦਰਦ ਹੋਣੀ ਬਹੁਤ ਜ਼ਿਆਦਾ, ਜਿਸ ਤਰ੍ਹਾਂ ਇੱਕ ਦਿਨ ਤਾਂ ਰਾਤ ਨੂੰ ਸਾਹ ਹੀ ਰੁਕ ਚੱਲਿਆ ਸੀਗਾ। ਫਿਰ ਦੂਸਰੇ ਦਿਨ ਡਿਊਟੀ ਤੇ ਮੈਂ ਚਲਾ ਗਿਆ, ਪਰ ਉਹ ਦਿਹਾੜੀ ਬਹੁਤ ਮੁਸ਼ਕਿਲ ਦੇ ਨਾਲ ਕੱਢੀ ਮੈਂ। ਫਿਰ ਭਾਈ ਉਹਨਾਂ ਨੂੰ ਫੋਨ ਕੀਤਾ ਪਰਮੇਸ਼ਰ ਦੇ ਦਾਸ ਨੂੰ, ਬ੍ਰਦਰ ਜੀ ਮੇਰੇ ਵਾਸਤੇ ਪ੍ਰਾਰਥਨਾ ਕਰਿਓ, ਮੇਰੇ ਸੀਨੇ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੁੰਦੀ ਹੈ। ਬ੍ਰਦਰ ਜੀ ਕਹਿੰਦੇ ਠੀਕ ਆ ਕੋਈ ਨਹੀਂ ਪ੍ਰਾਰਥਨਾ ਕਰਾਂਗੇ। और उन्होंने प्रार्थना की। शाम ਨੂੰ फिर दूसरे दिन मैं ड्यूटी ਤੇ नहीं गया। फिर मैं सोचा भी मैडिकल जाके आने ਆਪਾਂ। फिर ਆਪਾਂ ਇੱਥੇ ਜਰਮਨ ਹਸਪੀਟਲ ਆ, ਮੇਰੇ रूम ਚੋਂ ਇੱਕ ਬ੍ਰਦਰ ਆਇਆ और ਅਸੀਂ ਜਰਮਨ ਹਸਪੀਟਲ ਗਏ। ਫਿਰ ਉੱਥੇ ਬਲੱਡ ਟੈਸਟ ਕਰਵਾਇਆ और ਬ੍ਰਦਰ ਦਾ ਧੰਨਵਾਦ ਆ ਕਿ ਉਹਦੇ ਵਿੱਚ ਕੁਝ ਨਹੀਂ ਆਇਆ, ਸਿਰਫ ਇੱਕ ਐਲਰਜੀ ਆਈ ਆ। ਬਾਕੀ ਬਲੱਡ ਵੀ ਪ੍ਰਭੂ ਦੀ ਕਿਰਪਾ ਦੇ ਨਾਲ ਪੂਰਾ 12 ਗ੍ਰਾਮ और ਉਹਨਾਂ ਨੇ ਮੈਡੀਸਨ ਦਿੱਤਾ ਆ। ਬਾਕੀ ਸਾਰੇ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਸਾਰਾ ਕੁਝ ਠੀਕ ਆ। ਹਾਲੇਲੂਇਆ। ਹੋਰ ਕੋਈ ਪ੍ਰਭੂ ਦੀ ਮਹਿਮਾ ਲਈ ਕੋਈ ਗਵਾਹੀ ਦੇਣਾ ਚਾਹਵੇ? ਫਿਰ ਉਸ ਤੋਂ ਪਹਿਲਾਂ ਅਸੀਂ ਹੁਣ ਵਰਸ਼ਿਪ ਦੇ ਵਿੱਚ ਜਾਵਾਂਗੇ। ਹਾਲੇਲੂਇਆ। ਹੁਣ ਅਸੀਂ ਵਰਸ਼ਿਪ ਦੇ ਵਿੱਚ ਜਾਣਾ ਹੈ ਪ੍ਰਭੂ ਦੀ ਮਹਿਮਾ ਦੇ ਲਈ।
और शुरू करते हैं आप प्रभु की वर्शिप के लिए। हालेलुया। और ਅਸੀਂ सिर्फ 20 मिनट लाने ने, फिर उस तो बाद ਅਸੀਂ वचन ਦੇ ਵਿੱਚ जाना है। प्रभु का ताजा मन्ना जो है उसनों खाना है। थैंक यू। Hallelujah. 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 धन्यवाद। हालेलुया। हालेलुया। सब जन अपनी जगह पे खड़ी हो जाए। Hallelujah. धन्यवाद यीशु। महिमा दी पड़ी। Hallelujah. 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 सब जन अपनी अखां ਨੂੰ ਬੰਦ ਕਰੋ। Hallelujah. अपना ਹਿਰਦਾ परमेश्वर ਦੇ ਨਾਲ ਜੋੜਾ। Hallelujah. ਹੋਰ धन्यवाद। बाबा भाई कंदा Thank you Lord प्रभु यीशु मसीह धन्यवाद। वो महिमा दी। धन्यवाद। महिमा Hallelujah. दी पड़ी। महिमा दी पड़ी। धन्यवाद। Hallelujah. महिमा Hallelujah. दी पड़ी। महिमा दी पड़ी। महिमा दी पड़ी। महिमा दी पड़ी। महिमा दी पड़ी। Hallelujah. 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 धन्यवाद यीशु। धन्यवाद यीशु। Hallelujah. धन्यवाद Lord। धन्यवाद। Hallelujah. और Hallelujah. Hallelujah. हालेलुया। Hallelujah. हालेलुया। ਅਸੀਂ ਖੁਸ਼ ਹਾਂ। आमीन। ਹਾਲੇਲੂਇਆ। ਅਗਰ ਅਸੀਂ ਖੁਸ਼ ਹਾਂ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਜ਼ੋਰਦਾਰ ਤਾੜੀ ਨਾਲ ਮਾਰਾਂਗੇ। ਹਾਲੇਲੂਇਆ। ਕੀ ਤੁਸੀਂ ਅੱਜ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਆ? आमीन। ਹਾਲੇਲੂਇਆ। ਖੁਦਾ ਨੂੰ ਮਿਲਣਾ ਚਾਹੁੰਦੇ ਆ? आमीन। ਅਗਰ ਖੁਦਾ ਨੂੰ ਤੁਸੀਂ ਮਿਲਣਾ ਚਾਹੁੰਦੇ ਆ ਤੇ ਅਸੀਂ ਸਭ ਤੋਂ ਪਹਿਲਾਂ ਸਾਨੂੰ ਇੱਕ ਕੰਮ ਕਰਨਾ ਹੈ। ਕੀ ਕਰਨਾ? ਅਸੀਂ ਇੱਕ ਮਨ ਹੋਣਾ ਵਾ ਔਰ इधर उधर ध्यान नहीं देना कि मेरे लागे कौन खड़ा वा, कौन मेरे नाल कोई गा रहा कि नहीं गा रहा। सिर्फ असी अपना परमेश्वर वाल ध्यान लगाना वा। और जदों असी अपने परमेश्वर वाल अपना ध्यान लगावांगे, अज परमेश्वर हर एक दे बंधन नूं तोड़न जा रहा वा। आमीन। अज खुदा अज नए परमेश्वर अपने दर्शनां नूं परमेश्वर अज दिखाऊगा अपने लोकां नूं। अगर तुसी चाहुंदे हो कि परमेश्वर मेरे नाल गल करे ते अज परमेश्वर ते भरोसा रखे कि परमेश्वर मेरे जीवन नाल गल करो। और जदों प्रभु दे दास अपनी वर्शिप करते आ ते मैं आशा करदा कि परमेश्वर अज तुहानूं छूण जा रहा वा। आमीन। हालेलुया। 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 सब जन अपनी आंखां नूं बंद करना वा और प्रभु दी ओर ध्यान लगाउणा। अज जो तुसी परमेश्वर दे कोल मंगोगे परमेश्वर तुहाडे लई करन जा रहा वा। आमीन। जो कुछ तुसीं अज परमेश्वर दी हजूरी दे विच मंग लोगे खुदा तुहानूं देण देऊगा। आमीन। हालेलुया। हालेलुया। सब जन अपनी अखां ਨੂੰ ਬੰਦ ਕਰਕੇ ਹਿਰਦਾ ਪਰਮੇਸ਼ਰ ਦੇ ਨਾਲ ਜਿਸ ਤਰ੍ਹਾਂ ਪ੍ਰਭੂ ਨੇ ਦੱਸ ਦਿੱਤਾ ਅਸੀਂ ਇੱਕ ਮਨ ਹੋ ਕੇ ਭਗਵਾਨੀ ਯਹੋਵਾ ਵੱਲੋਂ ਹੈ ਉੱਚਾ ਹੋਣਾ ਯਹੋਵਾ ਵੱਲੋਂ ਹੈ। हालेलुया। ਭਗਵਾਨੀ ਯਹੋਵਾ ਵੱਲੋਂ ਹੈ ਉੱਚਾ ਹੋਣਾ ਯਹੋਵਾ ਵੱਲੋਂ ਹੈ। ਭਗਵਾਨੀ ਯਹੋਵਾ ਵੱਲੋਂ ਹੈ ਉੱਚਾ ਹੋਣਾ ਯਹੋਵਾ ਵੱਲੋਂ ਹੈ। ਭਗਵਾਨੀ ਯਹੋਵਾ ਵੱਲੋਂ ਹੈ ਉੱਚਾ ਹੋਣਾ Amen.
प्रभु अपने खुदा धन्यवाद प्रभु आपने बात किया खुदा धन्यवाद जितने जीवन निराश में है खुदा बंदा प्रभु धन्यवाद हो प्रभु जी यीशु के नाम से हर निराशा वो जाने पाए खुदा प्रभु मैं खुदा धन्यवाद हो प्रभु जी खुदा धन्यवाद हो प्रभु जी जो प्रभु ਤੁਹਾਡਾ ਬੇਟਾ ਤੁਹਾਡੇ ਵਿੱਚ ਵਧਣਾ ਚਾਹੁੰਦਾ ਪ੍ਰਭੂ ਜੀ ਹਾਂ ਖੁਦਾਵੰਦ ਧੰਨਵਾਦ ਜਿੰਨੀਆਂ ਵੀ ਰੁਕਾਵਟਾਂ ਦੇ ਜੀਵਨ ਚ ਆਉਂਦੀਆਂ ਪ੍ਰਭੂ
मैं यीशु मसीह के नाम दे विच प्रभु खमात करता प्रभु जी वो दूर हो जाए खुदावंदा प्रभु जे तुहाडे बच्चे प्रतिदिन तुहाडी महिमा दे विच वधन प्रभु एक कलीसिया सिद्ध होने प्रभु हां खुदावंदा ये लोग सिद्ध होने पाए खुदावंदा बड़ी कृपा कर तुहाडे वचनां ते विश्वास करन पर खुदावंदा धन्यवाद हो प्रभु जी हां खुदावंदा धन्यवाद हो प्रभु जी एक जानते तुहाडी कृपा चाहना प्रभु यीशु मसीह के नाम से मांगते हैं आमीन आमीन हालेलुया हालेलुया सब अपनी जगह पे बैठ जाए हालेलुया धन्यवाद हालेलुया धन्यवाद हालेलुया धन्यवाद हालेलुया धन्यवाद हालेलुया प्रेज द लॉर्ड हालेलुया धन्यवाद हालेलुया धन्यवाद हालेलुया खुदा का धन्यवाद है कि खुदा ने हर एक दे जीवन दे विच काम कीता वा असीं परमेश्वर का धन्यवाद करते हैं और सचमुच ये परमेश्वर का अनुग्रह है वा जिद्दां भाई रमेश दसदे सी कि प्रभु ने सानू बचा के रखा वा इन्हें बचा के रखा वा अज लोग मौत नाल जूझ रहे आ कोई हॉस्पिटल विच पए आ पर परमेश्वर ने सानू चंगे रखा पिया सामर्थ नाल अपने हत्थां नाल बचा के रखा हुआ सब तो वड्डी गवाही आ और वड्डी खुदा दे लिए असीं प्रशंसा कर सकते हैं और धन्यवाद कर सकते हैं प्रभु मैनू तुसीं चलाया वा तुसीं मैनू सलामत नाल रखिया वा हालेलुया हालेलुया अज लोग किन्ने ऑक्सीजन लिए भी मर रहे आ पर सानू परमेश्वर अपनी ऑक्सीजन अपने लहू नाल उन्हें संभाल के रखिया वा आमीन ये खुदा दा धन्यवाद आ हालेलुया और तुसी इदां ही परमेश्वर दे विच वधदे जाओ परमेश्वर तुहाडी आशा नूं पूरा करदा जाऊगा और मैं ब्रदर ओ नीली शर्ट वाले हाँ जी उन्हां लई दुआ कर रहा सी कि परमेश्वर उन्हां दे जीवन दे विच एक बड़े अद्भुत काम नूं करन जा रहा वा आमीन और मैं जो प्रार्थना कर रहा सी कि परमेश्वर वो अपने हिरदे नूं परमेश्वर नूं देना चाहुंदे आ कि परमेश्वर मैं तेरे विच वधना चाहुंदा वां पर शैतान कई बारी उन्हां नूं अपने पिछे नूं खिंचदा वा पर आउण वाले दिनां दे विच परमेश्वर उन्हां नूं अपनी वड्डी बरकत नाल दुआ वाले जीवन नाल प्रभु इस जगह ते परमेश्वर अपने विच वधाउण जा रहा वा आमीन हालेलुया हालेलुया और मैं खुदा दा धन्यवाद करदा वां कि प्रभु अपने लोकां नाल अपने प्रेमियां ना बहुत प्रेम करदा वा हालेलुया जो परमेश्वर ना प्रेम करदे आ परमेश्वर ओ ना प्रेम करदा वा हालेलुया असी परमेश्वर नूं बेहद प्रेम करना वा हालेलुया जिद्दां परमेश्वर ने सानू प्रेम कीता असी ओ तो वध के परमेश्वर नूं प्रेम करना वा ते ओनू पहल देनी आ जदों असी अपने जीवन च ओनू पहल देवांगे तो खुदा साडे हर एक मनोरथां नूं हर एक कंमां नूं अपने हत्थां दे विच लैके चलाऊगा आमीन आमीन हालेलुया हुण वचन दा समय आ और असी अपने मोबाइल प्लीज बंद ऑफ कर देने आ यानी कि साइलेंट कर देने आ ताकि असी वचन दे विच कोई भी डिस्टर्ब ना होवे और किसी ने भी वचन दे विच उठ के नहीं जाना किसी ने भी वचन दे विच नहीं उठना क्योंकि असी वचन नूं आदर देना वा हालेलुया तो हुण असी प्रभु दे दास नूं स्टेज ते बुलाउने आ कि ओ वचन नूं लैके आउण और ताकि असी वचन चों सब लोग सीख सकिए असी जोरदार ताड़ियां नाल असी प्रभु दे दास दा स्वागत करांगे हालेलुया आइए सब अपनी अखां नूं बंद करांगे असी प्रभु दे दास दे नाल ਲਈ प्रार्थना करांगे स्वर्गीय पिता तुहाडा धन्नवाद करदे प्रभु यीशु मसीह दे नाम दे विच खुदावंदा प्रभु मैं तुहाडे बंदे नूं प्रभु जो तुसीं सुनिया प्रभु जी अज वड्डा आकाशवादी खुदावंदा अज जो वचन नूं सुन प्रभु दिल शिद्ध जाए खुदावंदा प्रभु बड़ी कृपा कर प्रभु अपना खुदावंदा प्रभु ध्यान तुहाडी ओर लगा सकण प्रभु जी प्रभु धन्यवाद हो आत्मा प्राण शरीर नूं मैं तुहाडे हत्थां दे देना खुदावंदा प्रभु तुसीं गलबात करो प्रभु जी पवित्र आत्मा सिर्फ तुसीं गलबात करो यीशु मसीह के नाम दे विच मंगदे हां आमीन हालेलुया प्रभु दास नूं और प्रभु दी मसीह की सन ज्ञान हालेलुया हालेलुया सब वचन दे वल ध्यान देना और वचन को सीखना
वचन ही जीवन है, वचन ही जिंदगी है, ते वचन ही यसु मसीह है। जिस तरह भजन बोलते हैं, जिहदे कोल वचन ओहदे कोल मैं रहिंदा हूं। कहंदा फिर मैं उस इंसान नूं कहना तू डर ना, क्यों मैं तेरे जिहदे कोल वचन है प्रभु यसु मसीह उस दे जीवन दे विच है। जे तुहाडे अंदर वचन ते वचन ही बाहर, जे वचन ना होया ते फिर साडे अंदरों की निकलेगा? बुराई निकलेगी, किसी की निंदा, किसी की चुगली। पर परमेश्वर साडे तो ये चीज़ां नहीं चाहता। प्रभु यसु मसीह जी कहते हैं जिस मैं अपने पिता की मर्जी को पूरा किया, मैं चाहना वा तुसी भी पिता की मर्जी को की करो, पूरा करो। फिर कहता जो चाहो मंगो तुहाडे लई हो जाएगा। जो भी असी मंगांगे परमेश्वर सानू देवेगा। हालेलुया, हालेलुया। प्रभु के जिन्ने भी सेवक है परमेश्वर ने क्यों अपने सेवकों को बढ़िया किया? परमेश्वर ने अपने सेवकों जगह जगह ऑल वर्ल्ड दे विच परमेश्वर अपने सेवकों को इस्तेमाल करता है। क्यों करता? इसलिए करता परमेश्वर के जिन्ने भी लोग हैं रसूलों के किताब असी आदमी पढ़ी लेंगे कि इन्हां दी 26 अध्याय विच लिखिया इस कारण मेरा दिल आनंद होया अते मेरी जीव निहाल होई। हाँ मेरा शरीर भी परमेश्वर ने अपने सेवक ਨੂੰ ਖੜਾ ਕਰਕੇ ਪਹਿਲਾਂ ਤੁਹਾਡੇ ਕੋਲ ਕੱਲਿਆ ਪਈ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਬੁਰਾਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ। ਹਾਲੇਲੂਇਆ, ਹਾਲੇਲੂਇਆ। ਸੇਵਕਾਂ ਦੀ ਕੀ ਡਿਊਟੀ ਪਰਮੇਸ਼ਰ ਨੇ ਲਾਈ ਆ? ਜਿਹੜੇ ਲੋਕ ਪਾਪ ਦੇ ਵਿੱਚ ਆ, ਬੁਰਾਈ ਦੇ ਵਿੱਚ ਆ, ਬਦੀਆਂ ਦੇ ਵਿੱਚ ਆ, ਉਹਨਾਂ ਨੂੰ ਬਦੀਆਂ ਤੋਂ ਹਟਾ ਕੇ, ਪਾਪ ਤੋਂ ਹਟਾ ਕੇ ਪਰਮੇਸ਼ਰ ਦੇ ਕੋਲੋਂ ਬਰਕਤ ਦਿਵਾਉਣ। ਹਾਲੇਲੂਇਆ। ਸੇਵਕ ਜਾਨੀ ਆ ਜਿਹੜੇ ਰਾਤ ਜਾਗ ਕੇ ਸਾਡੇ ਲਈ ਦੁਆਵਾਂ ਕਰਦੇ ਆ, ਪ੍ਰਭੂ ਇਹ ਰੂਹ ਨਾਸ਼ ਨਾ ਹੋਵੇ। ਚੰਗਾ ਰਹਿਬਰ ਹੋਵੇਗਾ ਤੇ ਕਲੀਸਿਆ ਚੰਗੀ ਬਣੇਗੀ। ਜੇ ਚੰਗਾ ਰਹਿਬਰ ਨਾ ਹੋਵੇ ਤੇ ਕਲੀਸਿਆ ਚੰਗੀ ਨਹੀਂ ਬਣ ਸਕਦੀ। ਕਿਉਂ? ਚੰਗਾ ਰਹਿਬਰ ਹੋਵੇਗਾ ਤੇ ਸਾਨੂੰ ਸਵਰਗ ਰਾਜ ਵਾਸਤੇ ਤਿਆਰ ਕਰੇਗਾ। ਹਾਲੇਲੂਇਆ। ਔਰ ਪਰਮੇਸ਼ਰ ਨੇ ਸਾਨੂੰ ਸੰਗਤ ਦੇ ਦਿੱਤੀ ਆ ਔਰ ਪਰਮੇਸ਼ਰ ਦਿਨੋਂ ਦਿਨ ਇਸ ਸੰਗਤ ਦੇ ਵਿੱਚ ਉન્નਤੀ ਵੀ ਕਰ ਰਿਹਾ। ਹਾਲੇਲੂਇਆ। ਔਰ ਵਚਨ ਦਾ ਟੌਪਿਕ ਅੱਜ ਦਾ ਇਹ ਆ कि परमेश्वर दी निगाह विच मनुख कितना परमेश्वर को पसंद कर सकता है? परमेश्वर की निगाह विच मनुख परमेश्वर को कितना पसंद कर सकता है? हालेलुया, हालेलुया। जदों इस धरती उत्ते कुछ भी नहीं सी उदों की सी? प्रभु के नक्शा को हट के बाकी किसी ने भी मन इस वचन का पता बता सकता है। जदों धरती उत्ते कुछ भी नहीं सी उदों की सी? हाँ जी, हाँ हो सकता है कोई परमेश्वर का आत्मा जरा पानी के उत्ते चलता है, हो सकता है और कोई वे लोग कितनी देर होगी सानू बच्चों ने सीख रहे हैं। जदों धरती उत्ते कुछ भी नहीं सी उदों की सी? कहो तो 8 बाप ओदी 22 अदों पढ़ांगे। वचन नूं सीखो। वचन सानू कोई भी पूछ सकता
वचन द्वारा साडा कोई गलबात कर सकता। 8वीं भाई ਯਹੋਵਾ ਨੇ ਆਪਣੇ ਕੰਮ ਦੇ ਆਰੰਭ ਵਿੱਚ ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ। प्राचीन काल के कामों तो पहला किहनूं रचिया? ये कौन कह रहा है? बुद्ध। जदों कुछ भी नहीं सी पहला परमेश्वर ने किहनूं रचिया? बुद्ध नूं। ते बुद्ध दे वसीले बुद्ध ने द्वारा फिर परमेश्वर ने आकाश धरती उत्ते किरसन वाले और जीव जंतु हर एक चीज जिहड़ी आ बुद्ध की सलाह दे नाल बनी। विषय साडा की आ? असी परमेश्वर की निगाह दे विच परमेश्वर नूं किदां पसंद कर सकदे हां। पहला राजा तेरा भी 5 नूं पढ़ांगे। ਇਹਦਾ पता लग गया जदों कुछ भी नहीं सी की सी बुद्ध। हालेलुया। पहला राजा ਗਿਬਿਓਨ ਵਿੱਚ ਰਾਤ ਦੇ ਵੇਲੇ ਸੁਪਨੇ ਵਿੱਚ ਸੁਲੇਮਾਨ ਨੂੰ ਯਹੋਵਾ ਦਾ ਦਰਸ਼ਨ ਹੋਇਆ। ਕੀ ਹੋਇਆ? ਕਿਹਨੂੰ ਹੋਇਆ? ਸੁਲੇਮਾਨ ਨੂੰ ਕੀ ਹੋਇਆ? यहोवा का दर्शन दर्शन होया। हाँ जी अगे ਪਰਮੇਸ਼ਵਰ ਨੇ ਆਖਿਆ ਮੰਗ ਮੈਂ ਤੈਨੂੰ ਕੀ ਦੇਵਾਂ। हालेलुया। ਹਾਲੇਲੂਇਆ। सुलेमान को परमेश्वर का दर्शन होया। सुलेमान को परमेश्वर ने कहा मंग मैं तेनू की देवां। मंग मैं तेनू की देवां। ते आज असीं परमेश्वर को की मंगदे हैं? प्रभु मेरा घर नहीं होगा, घर नहीं होएगा, मेरे को गड्डी नहीं होगी, होर दुनिया दी चीज़ां मंगदे हैं। की इंसान नूं ये चीज़ां स्वर्ग दे विच खड़नगियां? असीं दुआ करदे हां प्रभु मैनू आ भी चीज दे, आ भी दे, पर आत्मिक दातां और स्वर्ग राज दी चीज़ां असीं नहीं मंगदे। और स्वर्ग राज की तैयारी करने वास्ते असीं इन्नी गल नहीं कहंदे प्रभु मैनू आत्मिक उन्नति दे विच वधा। असीं मंगदे की हां? परमेश्वर मेरी सैलरी घट ही, मेरे पैसे ज्यादा बन। वचन दे विच लिखिआ जिन्ने विच तैनूं रखी उन्ने विच की हो राजी हो, खुश हो। हुण प्रभु दे दास ने इस सारे ने दस्सिआ मेरी 120 सैलरी है ते ओहदे विच ही परमेश्वर ने मैनूं आनंद कीता वा। किसी भी चीज की कमी नहीं। अज कईयां दी सैलरी भावें 1000 होवे, जीवन दे विच खुशी नहीं। क्यों नहीं? ओहदे जीवन दे विच यीशु मसीह। सैलरी भावें तुहाडी 100 भी होवेगी, जे तुहाडे नाल यीशु मसीह आ तुहानूं किसी भी चीज की कमी नहीं आवेगी। क्यों असीं मंगदे आ प्रभु मेरी सैलरी वध हो जाए, प्रभु मैनूं आ भी चीज मिल जावे, पर प्रभु साडे तो खुश नहीं हुंदा। परमेश्वर कहता है दुनियावी दुनिया दी चीज़ां मंगी जाते हैं। अज इंसान को अपनी पहचान नहीं, परमेश्वर ने इंसान को अपने स्वरूप उत्ते बनाया, अपने स्वरूप उत्ते। और जिन्ने भी जीव जंतु किसनों परमेश्वर ने क्या मेरा पुत्र है, इतों तक जेडे परमेश्वर की हम तो सलाह करते हैं फरिश्ते, उन्होंने नहीं क्या मेरे पुत्र है। किन्होंने क्या? सानू क्या? अनसानू क्या? तुसी मेरे की ने पुत्र। हुण जे पुत्र पिता की गल ना मन्ने ते पिता दा मन खुश होगा साडे तो? संत खुश होण अंदरों बरकत निकलती है, वही बरकत परमेश्वर पूरा करता। जदों इब्राहिम दे कोल प्रभु आए सी, उन्हें फिर उन्होंने टहल सेवा की, फिर उन्हें खुशी नाल बरकत दी।
ਆਉਂਦੀ ਬਸੰਤ ਦੀ ਰੁੱਤੇ ਕੀ ਹੋਵੇਗਾ? ਪੁੱਤਰ ਹੋਵੇਗਾ। ਯੂਕੂਬ ਨੇ ਵੀ ਇਸਹਾਕ ਨੂੰ ਖੁਸ਼ ਕੀਤਾ ਤੇ ਉਹਨੇ ਕੀ ਦਿੱਤੀ? ਬਰਕਤ। ਅਸੀਂ ਪ੍ਰਭੂ ਨੂੰ ਖੁਸ਼ ਕਰਨਾ ਕਿੱਦਾਂ ਵਾ? ਜੇ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਚੱਲਾਂਗੇ ਤੇ ਪਰਮੇਸ਼ਰ ਨੂੰ ਕਦੇ ਖੁਸ਼ ਨਹੀਂ ਕਰ ਸਕਦੇ। ਅੱਜ ਇਨਸਾਨ ਆਪਣੀ ਬੁੱਧ ਦੇ ਨਾਲ ਚੱਲ ਰਿਹਾ ਵਾ। ਮੈਨੂੰ ਬਹੁਤ ਸਮਝ ਆ, ਮੈਨੂੰ ਕੀ ਆ? ਬਹੁਤ ਹੀ ਸਮਝ ਆ। ਪਰਮੇਸ਼ਰ ਨੇ ਸੁਲੇਮਾਨ ਨੂੰ ਕਿਹਾ, ਮੰਗ, ਮੈਂ ਤੈਨੂੰ ਕੀ ਦੇਵਾਂ? ਇਹਦੀ 9 ਨੂੰ ਪੜਾਂਗੇ। ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ, ਭਾਈ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ। ਹਾਲੇਲੂਇਆ। ਸੁਣਨ ਵਾਲਾ ਕਿਤੇ ਮਨ ਦੇ, ਤਾਂ ਜੋ ਤੇਰੀ ਪਰਜਾ ਦਾ ਕੀ ਕਰ ਸਕੇ? ਨਿਆਂ। ਅਸੀਂ ਕੀ ਕਹਿੰਦੇ ਆ? ਮੰਗਦੇ ਪਰਮੇਸ਼ਰ ਤੋਂ, ਪ੍ਰਭੂ ਮੈਨੂੰ ਵਚਨ ਸੁਣਨ ਵਾਲਾ ਮਨ ਦੇ। ਕਿੰਨੇ ਜਣ ਮੰਗਦੇ ਆ? ਵਚਨ ਨੂੰ ਸੁਣਨ ਵਾਲਾ ਕਿਤੇ? ਵਚਨ ਜਿਹੜੇ ਘਰ ਜਾ ਕੇ ਰਿਪੀਟ ਕਰਦੇ ਆ ਉਹੀ ਵਚਨ ਸੁਣਨ ਵਾਲਾ ਮਨ ਮੰਗਦੇ ਆ। ਤੇ ਜਿਹਨੇ ਘਰ ਜਾ ਕੇ ਬਾਈਬਲ ਨੂੰ ਵੇਖਣਾ ਹੀ ਨਹੀਂ, ਉਹ ਮੰਗਦਾ ਮਨ। ਕੀ ਪਰਮੇਸ਼ਰ ਸਾਨੂੰ ਦੇਖਦਾ ਨਹੀਂ? ਮੰਨ ਲਓ ਜੇ ਤੁਸੀਂ ਇੰਨੀ ਧੁੱਪ ਦੇ ਵਿੱਚ ਇਸ ਜਗ੍ਹਾ ਤੇ ਚੱਲ ਕੇ ਆ ਰਹੇ ਜੇ, ਧੰਨਵਾਦ ਆ ਪਰਮੇਸ਼ਰ ਤੁਹਾਨੂੰ ਹੋਰ ਵੀ ਬਰਕਤ ਦੇਵੇ, ਹੋਰ ਵੀ ਵਧਾਵੇ। ਇਹ ਪਰਮੇਸ਼ਰ ਦੇਖ ਰਿਹਾ, ਇਹਦਾ ਅਜਰ ਤੁਹਾਨੂੰ ਪਰਮੇਸ਼ਰ ਜ਼ਰੂਰ ਦੇਵੇਗਾ। ਜਦੋਂ ਮੈਂ ਵੀ ਸੇਵਾ ਨੂੰ ਸ਼ੁਰੂ ਕੀਤਾ ਸੀ, ਔਰ ਪ੍ਰਭੂ ਦੇ ਦਾਸ ਪਾਸਟਰ ਜੀ ਆਉਂਦੇ ਉਹਨੂੰ, ਜਦੋਂ ਉਹ ਇੰਡੀਆ ਚਲੇ ਗਏ ਸੀ, ਔਰ ਮੈਨੂੰ ਉਹਨਾਂ ਕਿਹਾ ਕਿ ਬਟਾਲੀਅਨ 9 ਕਿਲੋਮੀਟਰ ਅੱਗੇ ਆ, ਉੱਥੇ ਜਾਣਾ, ਜਨਵਰੀ ਦਾ ਮਹੀਨਾ, ਔਰ ਧੁੰਦ ਵੀ ਬੇਹੱਦ, ਮਨੇਰੇ ਹੋ ਕੇ ਨਹਾਉਣਾ ਠੰਡੇ ਪਾਣੀ ਨਾਲ। ਐ 7 ਵਜੇ ਰੈਡੀ, 8 ਵਜੇ ਮੈਂ ਉੱਥੇ ਪਹੁੰਚਦਾ ਸੀ, 9 ਵਜੇ ਜਾ ਕੇ ਮੀਟਿੰਗ ਨੂੰ ਸ਼ੁਰੂ ਮੈਂ ਕਰਨਾ ਹੁੰਦਾ ਸੀ। ਕਿਉਂ? ਜਿਵੇਂ ਅਸੀਂ ਪਰਮੇਸ਼ਰ ਦੇ ਵਿੱਚ ਚੱਲੇ, ਪੂਰੀ ਠੰਡ, ਧੁੰਦ, ਬਿਲਕੁਲ ਭਿੱਜ ਜਾਈਦਾ ਸੀ। ਮੇਰਾ ਛੋਟਾ ਬੇਟਾ ਵੀ ਨਾਲ ਸੀ ਔਰ ਵਾਈਫ ਵੀ, ਆਪਾਂ ਤਿੰਨੇ ਹੀ ਚੱਲਦੇ ਰਹੀ। ਪਰ ਧੰਨਵਾਦ ਪਰਮੇਸ਼ਰ ਦਾ, ਕਿਉਂ? ਪਰਮੇਸ਼ਰ, ਜੇ ਤੁਸੀਂ ਤੰਗੀ ਦੇ ਵਿੱਚ ਪਰਮੇਸ਼ਰ ਦੇ ਵਿੱਚ ਚੱਲਦੇ ਜੇ, ਫਿਰ ਪਰਮੇਸ਼ਰ ਤੁਹਾਨੂੰ ਨਿਹਾਲ ਕਰੇਗਾ। ਪਰਮੇਸ਼ਰ ਕਹਿੰਦਾ ਜੀ ਥੋੜੇ ਦੇ ਵਿੱਚ ਵਫਾਦਾਰ ਆ, ਇਹਨੂੰ ਮੈਂ ਬਹੁਤਾ ਵੀ। ਜੇ ਤੁਸੀਂ ਚੱਲੋ, ਚੱਲ ਕੇ ਤੇ ਵੇਖੋ, ਕਹਿੰਦਾ ਚੱਖੋ ਤੇ ਵੇਖੋ ਭਈ ਯਹੋਵਾ ਕਿੰਨਾ। ਯਹੋਵਾ ਨੂੰ ਅਸੀਂ ਚੱਕਦੇ ਨਹੀਂ, ਪ੍ਰਭੂ ਯਿਸੂ ਮਸੀਹ ਦਾ ਸਵਾਦ ਅਸੀਂ ਚੱਕਦੇ ਨਹੀਂ, ਪਰ ਜਿੰਨਾ ਚੱਖਿਆ ਵਾ ਉਹਨਾਂ ਨੂੰ ਪੁੱਛੋ। ਅਸੀਂ ਵੀ ਪ੍ਰਭੂ ਦੇ ਵਿੱਚ ਹੋ ਕੇ ਕਹਿੰਦੇ ਆ ਕਿ ਸਾਨੂੰ ਵੀ ਪਰਮੇਸ਼ਰ ਉੱਤੇ ਕੀ ਆ? ਮਾਣ ਆ। ਜੋ ਵੀ ਅਸੀਂ ਪਰਮੇਸ਼ਰ ਤੋਂ ਮੰਗਦੇ ਆ ਸਾਡੇ ਲਈ ਕਰਦਾ ਵਾ। ਕਿਉਂ ਕਰਦਾ? ਅਸੀਂ ਚੱਕ ਲਿਆ ਵਾ, ਸਾਨੂੰ ਪਤਾ ਵਾ। ਔਰ ਇੱਕ ਦਿਨ ਮੈਂ ਦੁਆ ਕਰਦਾ ਪਿਆ ਸੀ, ਔਰ ਪਰਮੇਸ਼ਰ ਨੇ ਮਨ ਦੇ ਵਿੱਚ ਵਚਨ ਪਾਇਆ, ਜਿਹੜਾ ਧੰਨਵਾਨ ਮਨੁੱਖ ਹੈ, ਜਿਹੜਾ ਧਨੀ ਮਨੁੱਖ ਹੈ, ਸਵਰਗ ਦੇ ਵਿੱਚ ਨਹੀਂ ਜਾਵੇਗਾ। ਧਨੀ ਮਨੁੱਖ ਸਵਰਗ ਦੇ ਵਿੱਚ ਨਹੀਂ। ਕਿਉਂ? ਉਹਨੇ ਆਪਣਾ ਮਨ ਕਿਹਦੇ ਉੱਤੇ ਲਾਇਆ ਵਾ? ਧਨ ਦੇ ਉੱਤੇ, ਪਰਮੇਸ਼ਰ ਦੇ ਉੱਤੇ ਨਹੀਂ। ਕੱਲ ਸਾਡੇ ਪਿੰਡੋਂ ਦੇ ਨਾਲ ਹੀ ਪੱਖੋੜੀ, ਉੱਥੇ ਬੰਦਾ ਇੱਕ ਕੰਮ ਡਾਈ ਕਰਨ ਤੇ ਅਸਮਾਨੀ ਬਿਜਲੀ ਡਿੱਗੀ ਉਸੇ ਵੇਲੇ ਬੈਠ। ਜਿਉਂਦੇ ਜੀ ਭਗਤੀ ਆ, ਮਰਨ ਤੋਂ ਬਾਅਦ ਕੋਈ ਭਗਤੀ ਸੌਣਾ ਨਹੀਂ। ਜਿਉਂਦੇ ਜੀ ਕੀ ਆ? ਉੱਚੀ ਬੋਲੋ, ਜਿਉਂਦੇ ਜੀ ਕੀ ਆ? ਭਗਤੀ। ਮਰਨ ਤੋਂ ਬਾਅਦ ਜਿਉਂਦੇ ਜੀ ਮਾਫੀ ਆ, ਮਰਨ ਤੋਂ ਬਾਅਦ ਕੋਈ ਮਾਫੀ ਨਹੀਂ। ਪਰਮੇਸ਼ਰ ਚਾਹੁੰਦਾ ਤੁਸੀਂ ਬਚਾਏ ਜੋ, ਪਰਮੇਸ਼ਰ ਨਹੀਂ ਚਾਹੁੰਦਾ ਕੋਈ ਵੀ ਜਨ ਨਾਸ਼ ਹੋਵੇ। ਕਿਉਂ? ਪਰਮੇਸ਼ਰ ਨੇ ਇਨਸਾਨ ਦੇ ਨਾਲ ਬੇਹੱਦ ਪਿਆਰ ਕੀਤਾ, ਬੇਹੱਦ ਪਿਆਰ ਕੀਤਾ ਪਰਮੇਸ਼ਰ ਨੇ। ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਦੇ ਦਿੱਤਾ। ਕੀ ਅਸੀਂ ਮੰਗਦੇ ਆ ਪ੍ਰਭੂ ਕੋ? ਪ੍ਰਭੂ ਮੈਨੂੰ ਵਚਨ ਸੁਣਨ ਵਾਲਾ ਮਨ ਦੇ, ਤੇ ਨਹੀਂ ਮੰਗਦੇ ਤੇ ਅੱਜ ਪਰਮੇਸ਼ਰ ਦੇ ਵਚਨ ਉੱਤੇ ਗੌਰ ਕਰੋ। ਪ੍ਰਭੂ ਮੈਨੂੰ ਮੇਰੀ ਬੁੱਧ ਨੂੰ ਖੋਲ,
ਜੇ ਤੁਹਾਡੇ ਕੋਲ ਬੁੱਧ ਹੋਵੇਗੀ ਫਿਰ ਬੁੱਧ ਤੁਹਾਨੂੰ ਸਿਖਾਵੇਗੀ, ਬੁਰਾਈ ਵੀ ਤੁਹਾਨੂੰ ਦੱਸੇਗੀ, ਇਹ ਪਾਪ ਹੀ, ਇਹ ਨਾ ਕਰ। ਇਹ ਤਾਂ ਜੀਵਨ ਹੀ ਜਦੋਂ ਕਹਾਵਤਾਂ ਦੇ ਵਿੱਚ ਪੜ੍ਹਦੇ ਆ, ਉਹਦੇ ਵਿੱਚ ਬੜੀਆਂ ਜਗ੍ਹਾ ਤੇ ਲਿਖਿਆ ਹੋਇਆ ਵਾ। ਉਹ ਤੇ ਕਹਿੰਦੀ ਵੀ ਮੈਂ ਚੌਂਕਾਂ ਦੇ ਵਿੱਚ ਹੋਕਾ ਦਿੰਦੀ ਆ, ਮੈਨੂੰ ਲੱਭ ਲਓ। ਪਰ ਜਿਹੜੇ ਬੁੱਧ ਨੂੰ ਪ੍ਰਾਪਤ ਕਰ ਲੈਂਦੇ ਆ ਉਹ ਜੀਵਨ ਨੂੰ ਪ੍ਰਾਪਤ ਕਰ ਲੈਂਦੇ ਆ। ਮੈਂ ਹਾਲੇਲੂਇਆ। ਜੇ ਤੁਹਾਡੇ ਕੋਲ ਬੁੱਧ ਹੋਵੇ ਬੁੱਧ ਜੇ ਹੋਵੇ ਤੁਹਾਡੀ ਆਪਣੀ, ਤੇ ਫਿਰ ਕੀ ਹੋਵਾਂਗੇ? ਨਾਸ਼। ਜੇ ਪਰਮੇਸ਼ਰ ਦੀ ਬੁੱਧ ਸਾਡੇ ਨਾਲ ਹੋਵੇਗੀ ਫਿਰ ਸਾਨੂੰ ਜੀਵਨ ਮਿਲੇਗਾ। ਹਾਲੇਲੂਇਆ। ਹੁਣ ਸੁਲੇਮਾਨ ਬਾਦਸ਼ਾਹ ਨੇ ਕੀ ਉਹ ਵੀ ਮੰਗ ਸਕਦਾ ਸੀ, ਪ੍ਰਭੂ ਮੈਨੂੰ ਧਨ ਦੇ, ਮੈਨੂੰ ਦੌਲਤ ਦੇ, ਪਰ ਉਹਨੇ ਨਹੀਂ ਮੰਗਿਆ। ਹਾਂਜੀ ਪੜੋ। ਭਾਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾ, ਕਿਉਂ ਜੋ ਤੇਰੇ ਬਹੁਤੇ ਲੋਕਾਂ ਦਾ ਨਿਆਂ ਕੌਣ ਕਰ ਸਕਦਾ ਹੈ। ਤਾਂ ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ। ਭਾਈ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ। ਹਾਲੇਲੂਇਆ। ਪ੍ਰਭੂ ਦੀ ਨਿਗਾਹ ਵਿੱਚ ਕੀ ਲੱਗੀ? ਚੰਗੀ ਲੱਗੀ। ਇਹ ਹੁਣ ਜਦੋਂ ਅਸੀਂ ਦੁਆ ਕਰਦੇ ਆ, ਹੁਣ ਦੁਆ ਦੇ ਵਿੱਚ ਜਿਹੜੀ ਚੀਜ਼ ਪਰਮੇਸ਼ਰ ਨੂੰ ਚੰਗੀ ਲੱਗੇ ਉਹੀ ਸਾਡੇ ਮੂੰਹ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ। ਪ੍ਰਭੂ ਕਹਿੰਦਾ ਪਹਿਲਾਂ ਧਰਮ ਤੇ ਰਾਜ ਦੀ ਕੀ ਕਰ, खोज कर ਤੇ ਦੁਨੀਆ ਦੀਆਂ ਚੀਜ਼ਾਂ पीछे पै गया होंगे। ਹੋਟਲ ਤੇ ਆਪਾਂ ਸਾਰਾ ਰੋਟੀ ਖਾਧੀ ਹੈ, ਖਾਧੀ ਹੈ ਸਾਰੀ। ਉਹ ਸਲਾਦ ਪਹਿਲਾਂ ਰੱਖਦੇ ਤੇ ਬਾਅਦ ਵਿੱਚ ਰੱਖਦੇ, ਪਹਿਲਾਂ ਰੱਖਦੇ ਸਨ। ਫਿਰ ਅਸੀਂ ਧਰਮ ਦੀ ਖੋਜ ਕਰੀਏ, ਇਹ ਸਲਾਦ ਵਾਲੀ ਚੀਜ਼ਾਂ ਆਪੀ ਮਿਲਣਗੀਆਂ ਕਿ ਨਹੀਂ? ਇਹ ਸਾਡੇ ਜੀਵਨ ਦਾ ਪ੍ਰੈਕਟੀਕਲ ਆ। ਜਿਹੜੀ ਚੀਜ਼ ਪਰਮੇਸ਼ਰ ਤੋਂ ਮੰਗੀ ਨਹੀਂ, ਪਰਮੇਸ਼ਰ ਨੇ ਦਿੱਤੀ। 3 ਸਾਲਾਂ ਦੇ ਵਿੱਚ 8 ਲੱਖ ਰੁਪਇਆ ਘਰ ਲਾਇਆ। ਪਰਮੇਸ਼ਰ ਕੀ ਨਹੀਂ ਕਰ ਸਕਦਾ? ਮੰਗਿਆ ਨਹੀਂ, ਕਹਿੰਦਾ ਤੂੰ ਚੱਲ ਮੈਂ ਤੇਰੇ ਨਾਲ ਆ। ਔਰ ਸਰਪੰਚੀ ਇਲੈਕਸ਼ਨ ਮੈਂ ਲੜਿਆ ਸੀ ਅਕਾਲੀਆਂ ਦੇ ਟਾਈਮ ਤੇ, ਸਰਪੰਚ ਸੀ। ਜਦੋਂ ਕਾਂਗਰਸ ਬਣੀਆਂ ਉਸ ਰਾਤ ਸਾਡਾ ਇਹਨਾਂ ਤੇ ਝਗੜਾ ਹੋਇਆ, ਬੇਹੱਦ ਝਗੜਾ ਹੋਇਆ। ਔਰ ਜਿੰਨੇ ਵੀ ਉਸ ਜਗ੍ਹਾ 'ਚ ਸੂਝਵਾਨ ਬੰਦੇ ਸੀ ਮੈਨੂੰ ਕਹਿੰਦੇ ਕਿ ਤੂੰ ਹੁਣ ਏਦਾਂ ਕਰ ਵੀ ਸਾਈਡ ਤੇ ਹੋ ਜਾ, ਕਿਉਂ ਕਾਂਗਰਸ ਦਾ ਜ਼ੋਰ ਬਹੁਤ ਜ਼ਿਆਦਾ ਵਾ। ਔਰ ਮੈਂ ਸਾਈਡ ਤੇ ਹੋ ਗਿਆ। 1 ਮਹੀਨੇ ਦੇ ਵਿੱਚ ਪਰਮੇਸ਼ਰ ਮੈਨੂੰ ਇਸ ਜਗ੍ਹਾ ਤੇ ਲੈ ਕੇ ਆਇਆ। ਮੇਸ਼ੀ ਭਾਜੀ ਔਰ ਸੈਮ ਔਰ ਜੋਨੀ ਜੋ ਇੰਡੀਆ ਚਲਾ ਗਿਆ ਉਹ ਇੱਥੇ ਹੀ, ਇਹਨੇ 1 ਮਹੀਨੇ ਦੇ ਵਿੱਚ ਮੇਰਾ ਵੀਜ਼ਾ ਕਢਾਇਆ ਔਰ ਮੈਨੂੰ ਇਸ ਜਗ੍ਹਾ ਤੇ ਲੈ ਕੇ ਆਂਦਾ। ਔਰ ਧੰਨਵਾਦ ਪ੍ਰਭੂ ਦਾ, ਮੈਨੂੰ ਉਸ ਜਗ੍ਹਾ ਤੋਂ ਸੰਭਾਲ ਕੇ ਲਿਆਂਦਾ। ਕਿਉਂ? ਮੇਰੇ ਮਾਤਾ ਪਿਤਾ ਦੀ ਮਿਹਨਤ ਜਿਹੜੇ ਪ੍ਰਭੂ ਦੇ ਵਿੱਚ ਉਹ ਸਹੀ ਚੱਲੇ ਸੀ, ਉਹਨਾਂ ਦੇ ਵਸੀਲੇ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ। ਕੁਝ ਲੋਕ ਉਹ ਵਾ ਜਿਹੜੇ ਅੱਜ ਤੱਕ ਜੇਲ੍ਹ ਦੇ ਵਿੱਚ, ਪਰਮੇਸ਼ਰ ਨੇ ਮੈਨੂੰ ਬਚਾਇਆ, ਉਸ ਨਰਕ ਦੇ ਵਿੱਚੋਂ ਕੱਢਿਆ। ਕਿਉਂ? ਪਰਮੇਸ਼ਰ ਚਾਹੁੰਦਾ ਸੀ ਇਹ ਰੂਹ ਬਚਾਈ ਜਾਵੇ। ਹਾਲੇਲੂਇਆ। ਔਰ ਜਿਸ ਤਰ੍ਹਾਂ ਅੱਜ ਅਸੀਂ ਮਿਹਨਤ ਪਰਮੇਸ਼ਰ ਦੇ ਵਿੱਚ ਕਰ ਰਹੇ ਹਾਂ, ਉਹ ਧਰਮੀ ਦੀ ਜਿਹੜੀ ਜੜ ਆ ਉਹ ਸਦਾ ਹੀ ਕਾਇਮ ਰਹਿੰਦੀ ਆ। ਤੁਸੀਂ ਜੇ ਸਹੀ ਚੱਲੋਗੇ ਤੁਹਾਡੇ ਬੱਚੇ ਵੀ ਸਹੀ ਚੱਲਣਗੇ, ਤੇ ਤੁਸੀਂ ਨਹੀਂ ਸਹੀ ਚੱਲੇ ਤੇ ਬੱਚੇ ਵੀ ਸਹੀ ਨਹੀਂ ਚੱਲਣਗੇ। ਜੋ ਤੁਸੀਂ ਬੀਜੋਗੇ ਸੋਈ ਵੱਢੋਗੇ। ਇਬਰਾਹਿਮ ਕੋਲੋਂ ਜਿਹੜੀਆਂ ਬਰਕਤਾਂ ਸੀ ਉਹੀ ਇਸਹਾਕ ਦੇ ਕੋਲ ਆਈਆਂ। ਜਾਂ ਜੇ ਤੁਹਾਡੇ ਕੋਲ ਪਾਪ ਦੇ ਵਿੱਚ ਤੁਸੀਂ ਚੱਲਦੇ ਜੇ, ਕੱਲ ਨੂੰ ਇਹ ਨਾ ਕਹੋ ਕਿ ਸਾਡੇ ਬੱਚੇ ਵੀ ਘਰੇ ਚੱਲਣਗੇ। ਨਹੀਂ, ਪਹਿਲਾਂ ਤੁਸੀਂ ਆਪਣਾ ਜੀਵਨ ਬਦਲੋ। ਜੇ ਤੁਸੀਂ ਪਾਪ 'ਚ ਚੱਲੋਗੇ ਬੱਚੇ ਵੀ ਚੱਲਣਗੇ। ਕਿਉਂ? ਧਰਮੀ ਦੀ ਜੜ ਜਿਹੜੀ ਆ ਉਹ ਸਦਾ ਹੀ ਕਾਇਮ ਰਹਿੰਦੀ ਆ। ਉਹ ਧਰਮੀ ਦੀ ਜੜ, ਉਹਦੇ ਉੱਤੇ ਸ਼ੈਤਾਨ ਖੁਦ ਖਲੋਤਾ ਵਾ, ਉਹਨੂੰ ਵਧਣ ਨਹੀਂ ਦੇਵੇਗਾ। ਹਾਲੇਲੂਇਆ। ਤਾਂ ਪਰਮੇਸ਼ਰ ਨੇ ਆਪਣੇ ਸੇਵਕ ਜਨ ਖੜੇ ਕੀਤੇ ਆ। ਇਹਨਾਂ ਨੂੰ ਜਿਹੜੇ ਲੋਕ ਪਾਪ ਦੇ ਵਿੱਚ ਆ ਉਹਨਾਂ ਨੂੰ ਬੁਰਾਈਆਂ ਤੋਂ ਹਟਾ ਕੇ ਕੀ ਦਵਾਉਣ? ਬਰਕਤ ਦਵਾਉਣ। ਅੱਜ ਪ੍ਰਭੂ ਦੇ ਸੰਤ ਸੇਵਕ ਵਚਨ ਨੂੰ ਦੱਸਦੇ ਆ, ਪਰ ਜਿਨ੍ਹਾਂ ਕੋਲ ਵਚਨ ਸੁਣਨ ਵਾਲਾ ਮਨ ਆ, ਵਚਨ ਸੁਣਨ ਵਾਲੇ ਕੰਨ ਆ, ਫਿਰ ਉਹ ਵਚਨ ਉੱਤੇ ਗੌਰ ਕਰਦੇ ਆ। ਕਿਹਨੂੰ ਪਤਾ ਜਿਹੜਾ ਪਿਛਲੇ ਹਫ਼ਤੇ ਵਚਨ ਹੋਇਆ ਹੱਥ ਖੜਾ ਕਰਨਾ? ਯੂਸਫ ਦੇ ਬਾਰੇ ਮੈਨੂੰ ਪੁੱਛਿਆ ਨਹੀਂ। ਸੌਰੀ, ਕਿਹਨੂੰ ਪਤਾ ਨਹੀਂ?
ਕਿੰਨੀਆਂ ਗੱਲਾਂ ਸਮਝਾਈਆਂ ਇਹਨੂੰ। ਹੁਣ ਦੱਸੋ ਕਿਹੜਾ ਸੀਸ ਹੋਏ ਕਿ ਸੁਣਨ ਵਾਲਾ ਮਨ ਹੈ। ਜੇ ਮੰਨ ਲਓ ਕਿ ਸਾਡੇ ਭੈਣ ਭਰਾ ਨੇ ਸਾਨੂੰ ਵੀ ਇਹੋ ਜਿਹੀ ਗੱਲ ਕਹੀ ਹੁੰਦੀ ਤੇ ਸਾਲ ਬਾਅਦ ਵੀ ਯਾਦ ਰਹਿਣੀ ਕਹਿਣਾ ਵੀ ਮੇਰੇ ਹੁਣ ਦਿਲ ਉੱਤੇ ਲਿਖੀ ਗਈ ਹੈ। ਕਹਿੰਦੇ ਕਿ ਨਹੀਂ ਇਹ ਗੱਲ ਜਿਹੜੀ ਹੈ ਮੇਰੇ ਦਿਲ ਉੱਤੇ ਲਿਖੀ ਗਈ ਹੈ ਫਲਾਣੇ ਟਾਈਮ ਤੇ ਆਹ ਦਿਨ ਸੀ ਤੇ ਆਹ ਵਾਰ ਸੀ ਜਦੋਂ ਮੈਨੂੰ ਇਹਨੇ ਗੱਲ ਕਿਹੜਾ ਵਚਨ ਹੈ ਦੱਸ ਦਿਓ। ਯੂਸਫ ਹਾਂਜੀ ਸ਼ਨੀ ਭਾਈ ਕਿਹੜਾ ਵਚਨ ਹੈ ਜਿਹਨਾਂ ਟੌਪਿਕ ਦਿੱਤਾ ਹੈ ਕਿ ਦੋਸਤ ਖੁਦਾ ਦੇ ਦੋਸਤ ਬਣਨਾ ਦੋਸਤ ਵਾਲੇ ਪਾਪ ਤੋਂ ਢੋਣਾ ਜੀ ਪਾਪ ਨੂੰ ਵੇਖ ਕੇ ਭੱਜਣਾ ਤੇ ਆਗਿਆਕਾਰੀ ਕਰਨੀ ਤੇ ਨਿਤ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਰਸੂਲਾਂ ਦੀ ਸਿੱਖਿਆ ਵਿੱਚ ਨਿਤ ਲੱਗੇ ਰਹਿਣਾ। ਹਾਲੇਲੂਇਆ ਹਾਲੇਲੂਇਆ। ਚਲੋ ਧੰਨਵਾਦ ਆ ਪਰਮੇਸ਼ਰ ਦਾ। ਯਾਦ ਰੱਖੋ ਪਰ ਜਿੰਨੀ ਦੇਰ ਸਾਡੇ ਕੋਲ ਸੁਣਨ ਵਾਲਾ ਮਨ ਨਹੀਂ ਹੈ। ਹਾਲੇਲੂਇਆ। ਅਸੀਂ ਕੀ ਮੰਗਣਾ ਪਰਮੇਸ਼ਰ ਕੋ ਪਿਤਾ ਮੈਨੂੰ ਸੁਣਨ ਵਾਲਾ ਕੀ ਦੇ ਮਨ ਦੇ ਜੋ ਵੀ ਤੇਰੇ ਸੰਤ ਸੇਵਕ ਸਾਨੂੰ ਵਚਨ ਸਿਖਾਉਣ ਪਿਤਾ ਅਸੀਂ ਖੁਸ਼ੀ ਦੇ ਨਾਲ ਕੀ ਕਰ ਲਈਏ ਕਬੂਲ ਕਰ ਲਈਏ। ਹਾਲੇਲੂਇਆ। ਖੁਸ਼ੀ ਦੇ ਨਾਲ। ਹਾਲੇਲੂਇਆ। ਅੱਜ ਤੁਸੀਂ ਦੁੱਖਾਂ ਦੇ ਵਿੱਚ ਪਰਮੇਸ਼ਰ ਦੇ ਨਾਲ ਜੀ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਹੰਝੂਆਂ ਦੇ ਨਾਲ ਬੀਤੇਗਾ ਇਹ ਕਾਰਿਆਂ ਨਾਲ ਵੱਢੇਗਾ। ਹਾਲੇਲੂਇਆ। ਚੱਲ ਕੇ ਵੇਖੋ ਪਰਮੇਸ਼ਰ ਕਿੰਨਾ ਭਲਾ ਵਾ ਕਿੰਨਾ ਦਿਆਲੂ ਆ ਕਿੰਨਾ ਕਿਰਪਾਲੂ ਆ। ਉਹ ਆਪਣੇ ਮੰਗਣ ਵਾਲੇ ਨੂੰ ਕਦੇ ਸ਼ਰਮਿੰਦਿਆ ਨਹੀਂ ਹੋਣ ਦਿੰਦਾ। ਪਰਮੇਸ਼ਰ ਦੀ ਨਿਗਾਹ ਵਿੱਚ ਸੁਲੇਮਾਨ ਨੇ ਪਰਮੇਸ਼ਰ ਨੂੰ ਕੀ ਕੀਤਾ ਪ੍ਰਸੰਨ ਕੀਤਾ ਪਰਮੇਸ਼ਰ ਦੀ ਨਿਗਾਹ ਵਿੱਚ। ਹਾਲੇਲੂਇਆ। ਫਿਰ ਉਹਦੇ ਉੱਤੇ ਪਰਮੇਸ਼ਰ ਦੀ ਕੋਈ ਦਇਆ ਹੋਈ। ਉਹਨੇ ਕੀ ਮੰਗਿਆ ਸੁਣਨ ਵਾਲਾ ਕੀ ਦੇ ਮਨ ਦੇ ਪ੍ਰਭੂ ਮੈਨੂੰ ਦੁੱਧ ਦੇ। ਫਿਰ ਪਰਮੇਸ਼ਰ ਨੇ ਉਹਨੂੰ ਕਿੰਨੀਆਂ ਚੀਜ਼ਾਂ ਦਿੱਤੀਆਂ ਧਨ ਵੀ ਦਿੱਤਾ ਪੱਤ ਵੀ ਦਿੱਤੀ ਤੇ ਆਦਰ ਵੀ ਦਿੱਤਾ। ਹਾਲੇਲੂਇਆ। ਮੰਗਿਆ ਕੀ ਮੈਨੂੰ ਸੁਣਨ ਵਾਲਾ ਮਨ ਔਰ ਪ੍ਰਭੂ ਮੈਨੂੰ ਕੀ ਦੇ ਇਸ ਪਰਜਾ ਨੂੰ ਚਲਾਉਣ ਵਾਸਤੇ ਮੈਨੂੰ ਸਮਝ ਬਖਸ਼ ਮੈਨੂੰ ਬੁੱਧ ਦੇ। ਮੰਗੀ ਬਹੁਤ ਤੇ ਨਾਲ ਕਿੰਨੀਆਂ ਚੀਜ਼ਾਂ ਮਿਲਦੀਆਂ। ਫਿਰ ਪਰਮੇਸ਼ਰ ਕਹਿੰਦਾ ਤੈਨੂੰ ਪੱਤ ਵੀ ਮਿਲੇਗੀ ਇੱਜ਼ਤ ਵੀ ਮਿਲੇਗੀ ਤੈਨੂੰ ਧਨ ਵੀ ਮਿਲੇਗਾ ਆਦਰ ਵੀ ਮਿਲੇਗਾ। ਜੇਕਰ ਯਹੋਵਾ ਨਾ ਤਾਂ ਸਾਡੀ ਇੱਜ਼ਤ ਵਧਾਵੇ ਤੇ ਇੱਜ਼ਤ ਕਦੇ ਵੀ ਬਣ ਨਹੀਂ ਸਕਦੀ। ਇਨਸਾਨ ਕਹਿਣਾ ਕਿ ਮੈਂ ਆਪਣੀ ਸੋਚ ਦੇ ਨਾਲ ਆਪਣੀ ਇੱਜ਼ਤ ਨੂੰ ਵਧਾ ਲਵਾਂ ਕਦੇ ਨਹੀਂ ਵਧਾ ਸਕਦਾ। ਮੈਂ ਵੀ ਜਦੋਂ ਇਸ ਜਗ੍ਹਾ ਤੇ ਆਇਆ ਹੀ ਮੈਂ ਜੋ ਆਇਆ ਮੈਂ ਕਿਹਾ ਵੀ ਗਾਹ ਜਦੋਂ ਸਾਡੀ ਸਰਕਾਰ ਆਏਗੀ ਇਸ ਤੇ ਰੋਕਣੀ ਪਰ ਪਰਮੇਸ਼ਰ ਕਹਿੰਦਾ ਤੈਨੂੰ ਇਸ ਲਈ ਇਸ ਧਰਤੀ ਉੱਤੇ ਪੈਦਾ ਕੀਤਾ। ਇਹ ਪੱਕੀ ਗੱਲ ਆ ਮੇਰੀ ਸੋਚ ਸੀ ਪਰ ਪਰਮੇਸ਼ਰ ਦਾ ਵਚਨ ਜਦੋਂ ਮੇਰੇ ਹਿਰਦੇ ਦੇ ਵਿੱਚ ਆਇਆ ਮਰਕਸ 11 ਦੀ 24 ਜਦੋਂ ਮੇਰੇ ਹਿਰਦੇ ਨੂੰ ਛੂਇਆ ਪਰਮੇਸ਼ਰ ਕਹਿੰਦਾ ਜੇ ਤੁਸੀਂ ਆਪਣੇ ਵਿਰੋਧੀਆਂ ਨੂੰ ਮਾਫ ਨਹੀਂ ਕਰੋਗੇ ਤੇ ਮੈਂ ਵੀ ਤੁਹਾਨੂੰ ਮਾਫ ਨਹੀਂ ਕਰਾਂਗਾ। ਹਾਲੇਲੂਇਆ। ਉਹ ਜਦੋਂ ਉਹ ਵਚਨ ਮੈਨੂੰ ਛੂਇਆ ਤੇ ਧੰਨਵਾਦ ਪਰਮੇਸ਼ਰ ਨੇ ਉਸ ਵਚਨ ਦੁਆਰਾ ਮੇਰੇ ਜੀਵਨ ਨੂੰ ਬਦਲ ਦਿੱਤਾ। ਨਹੀਂ ਤਾਂ ਮੈਂ ਵੀ ਚਰਚ ਜਾਂਦੇ ਸੀ ਪਰ ਆਪਣੇ ਮੂੰਹ ਦੇ ਵਿੱਚ ਇੰਨੀਆਂ ਗਾਲੀਆਂ ਸੀ ਇੰਨਾ ਝੂਠ ਸੀ ਇੰਨਾ ਕੁਫਰ ਸੀ। ਉਹ ਪਰਮੇਸ਼ਰ ਨੇ ਮੈਨੂੰ ਇਸ ਜਗ੍ਹਾ ਤੇ ਲਿਆ ਕੇ ਬਿਲਕੁਲ ਇਹ ਚੀਜ਼ ਕਰ ਦਿੱਤੀ। ਹਾਲੇਲੂਇਆ। ਪ੍ਰਭੂ ਸਾਨੂੰ ਬਚਾਉਣਾ ਚਾਹੁੰਦਾ ਔਰ ਜਿੰਨੇ ਵੀ ਮੇਰੇ ਵਿਰੋਧੀ ਸੀ ਉਹਨਾਂ ਵਾਸਤੇ ਮੈਂ ਦੁਆ ਕਰਦਾ ਔਰ ਪਰਮੇਸ਼ਰ ਨੇ ਇੱਕ ਦਿਨ ਉਹ ਵੀ ਆਇਆ ਜਦੋਂ ਖੁਦ ਆਪ ਹੀ ਬੁਲਾਉਂਦੇ ਹੋ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦੇ ਵਿੱਚ ਸਹੀ ਚੱਲੋ ਜਿਹੜੇ ਤੁਹਾਡੇ ਵਿਰੋਧੀ ਆ ਪਰਮੇਸ਼ਰ ਉਹਨਾਂ ਨੂੰ ਅਧੀਨ ਕਰ। ਜੇ ਤੁਸੀਂ ਵੀ ਉਹਨਾਂ ਵਾਸਤੇ ਨਫ਼ਰਤ ਰੱਖੋਗੇ ਫਿਰ ਉਹਨਾਂ ਚ ਤੁਹਾਡੇ ਵਿੱਚ ਕੋਈ ਫਰਕ ਉਹਨਾਂ ਵਾਸਤੇ ਦੁਆ ਕਰੋ। ਹਾਲੇਲੂਇਆ। ਹਾਲੇਲੂਇਆ।
ਹੁਣ ਪਰਮੇਸ਼ਰ ਨੂੰ ਖੁਸ਼ ਕੀਤਾ ਸੁਲੇਮਾਨ ਨੇ, ਕਿਉਂ? ਪਰਮੇਸ਼ਰ ਨੇ ਕਿਹਾ ਇਹਨੇ ਮੇਰੇ ਕੋਲ ਕੀ ਮੰਗੀ ਆ? ਚੰਗੀ ਚੀਜ਼ ਮੰਗੀ ਆ। ਹਾਲੇਲੂਇਆ। ਪਰਮੇਸ਼ਰ ਨੇ ਕੀ ਕਿਹਾ? ਸੁਲੇਮਾਨ ਪਾਤਸ਼ਾਹ ਨੇ ਮੇਰੇ ਕੋਲ ਕੀ ਮੰਗੀ ਆ? ਚੰਗੀ ਚੀਜ਼ ਮੰਗੀ ਆ। ਹੁਣ ਅਸੀਂ ਪਰਮੇਸ਼ਰ ਕੋਲ ਕੀ ਮੰਗਦੇ ਆ? ਕੀ ਪਰਮੇਸ਼ਰ ਨੂੰ ਸਾਡੀਆਂ ਜ਼ਰੂਰਤਾਂ ਦਾ ਪਤਾ ਨਹੀਂ? ਪਤਾ ਕਿ ਨਹੀਂ? पता जी। ਪਰਮੇਸ਼ਰ ਕਹਿੰਦਾ ਵਾ ਕਿ ਜਿਹੜਾ ਮੇਰਾ ਜਾਣਿਆ ਮੈਂ ਉਹਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦੇਵਾਂਗਾ। ਹੋਵੇ ਪਰਮੇਸ਼ਰ ਦੇ ਵਿੱਚ ਤੇ ਕਮੀ ਕੋਈ ਨਹੀਂ ਆਵੇਗੀ, ਕਿਉਂ? ਪਰਮੇਸ਼ਰ ਸਾਡੀ ਹਰ ਇੱਕ ਜ਼ਰੂਰਤ ਨੂੰ ਜਾਣਦਾ। ਹੁਣ ਮੈਂ ਵੀ ਕਿਹਾ ਸੀ 450 ਦਿਨਾਰ ਇਹਨੇ ਮੰਗਿਆ ਵਾ, ਤੇ ਮੈਂ ਕਿੱਥੋਂ ਕਰਦਾ? ਕਿਉਂ? ਮੇਰਾ ਇੱਕੋ ਹੀ ਮਹੀਨਾ ਲੱਗਾ ਸੀ ਤੇ 1 ਮਹੀਨਾ ਦਾ ਆਪਾਂ ਵਿਹਲੇ ਰਹੇ, ਤੇ ਪਰਮੇਸ਼ਰ ਨੇ ਪੈਸੇ ਦਾ ਵੀ ਇੰਤਜ਼ਾਮ ਕੀਤਾ, ਪਾਸਪੋਰਟ ਵੀ ਬਣਾ ਕੇ ਦਿੱਤਾ, ਔਰ ਹਰ ਇੱਕ ਚੀਜ਼ ਜਿਹੜੀ ਪਰਮੇਸ਼ਰ ਨੇ ਮੁਹੱਈਆ ਕੀਤੀ। ਕਿਉਂ? ਇੱਕ ਵਾਰੀ ਚੱਲ ਕੇ ਤੇ ਵੇਖੋ, ਉਹ ਤੁਹਾਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦੇਵੇਗਾ, ਕਦੇ ਸ਼ਰਮਿੰਦਾ ਨਹੀਂ ਹੋਣ ਦੇਵੇਗਾ, ਕਦੇ ਸ਼ਰਮਿੰਦਾ ਨਹੀਂ ਹੋਣ ਦੇਵੇਗਾ। ਸ਼ਰਮਿੰਦੇ ਕਦੋਂ ਹੁੰਨੇ ਆ? ਕਦੋਂ ਹੁੰਨੇ ਆ? ਜਦੋਂ ਅਸੀਂ ਆਪਣੀ ਸਮਝ ਨਾਲ, ਵਚਨ 'ਚ ਲਿਖਿਆ ਨਾ, ਆਪਣੀ ਸਮਝ ਉੱਤੇ ਇਤਬਾਰ। ਜਿਹੜੇ ਕਰਦੇ ਆ ਉਹ ਕੀ ਕਰਦੇ ਆ? ਧੋਖਾ ਕਰਦੇ ਆ। ਹਾਲੇਲੂਇਆ। ਇਤਬਾਰ ਕਰਨਾ ਤੇ ਪ੍ਰਭੂ ਯਿਸੂ ਮਸੀਹ ਉੱਤੇ ਕਰੋ, ਵਿਸ਼ਵਾਸ ਕਰਨਾ ਪ੍ਰਭੂ ਯਿਸੂ ਮਸੀਹ ਉੱਤੇ ਕਰੋ। ਸਿੱਧਾ ਫਿਰ ਕੋ, ਪ੍ਰਭੂ ਮੈਂ ਜਾਣਦਾ ਤੂੰ ਸਭ ਕੁਝ ਕਰ ਸਕਦਾ ਵਾ, ਮੈਨੂੰ ਪਤਾ ਪ੍ਰਭੂ ਤੂੰ ਮੇਰੇ ਲਈ ਹਰ ਇੱਕ ਚੀਜ਼ ਮੁਹੱਈਆ ਕਰੇਗਾ। ਚੱਲ ਕੇ ਤੇ ਵੇਖੋ, ਪ੍ਰਭੂ ਸਾਡੇ ਹਿਰਦੇ ਨੂੰ ਜਾਣਦਾ ਕਿ ਇਹ ਕਿੰਨਾ ਕੁ ਮੇਰੇ ਵਿੱਚ ਵਫਾਦਾਰ ਹੈ। ਹਾਲੇਲੂਇਆ। ਹਾਲੇਲੂਇਆ। ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਹੁੰਦੇ ਜੀ, ਔਰ ਜਦੋਂ ਆਪਣਾ ਹਿਰਦਾ ਪਰਮੇਸ਼ਰ ਦੇ ਅੱਗੇ ਡੋਲਦੇ ਜੀ, ਜਦੋਂ ਤੁਸੀਂ ਹਿਰਦੇ ਤੋਂ ਦੁਆ ਕਰੋਗੇ, ਤੁਹਾਨੂੰ ਵੀ ਨਹੀਂ ਪਤਾ ਲੱਗਣਾ ਅੱਖਾਂ ਦੇ ਵਿੱਚ ਅਥਰੂ ਕਿਉਂ ਡਿੱਗ ਰਹੇ ਆ। ਜਦੋਂ ਹੰਨਾ ਹਿਰਦੇ ਤੋਂ ਰੋਂਦੀ ਸੀ, ਉਹਦੀਆਂ ਅੱਖਾਂ ਤੋਂ ਹੰਝੂ ਡਿੱਗਦੇ ਸੀ। ਏਲੀਆ ਜੀ ਕੀ ਕਹਿੰਦਾ ਵੀ ਤੂੰ ਕਿੰਨੀ ਕੁ ਦੇਰ ਅਮਲ ਦੇ ਵਿੱਚ, ਨਸ਼ੇ ਦੇ ਵਿੱਚ ਰਵੇਂਗੀ? ਉਹ ਕਹਿੰਦੀ ਮੈਂ ਨਸ਼ੇ ਦੇ ਵਿੱਚ ਨਹੀਂ, ਮੈਂ ਇੱਕ ਦੁਖੀ ਮਨ ਤੀਵੀਂ ਹਾਂ, ਦੁੱਖਾਂ ਦੇ ਨਾਲ ਭਰੀ ਹੋਈ ਹਾਂ। ਅੱਜ ਤੁਸੀਂ ਦੁੱਖਾਂ ਦੇ ਨਾਲ ਭਰੇ ਹੋਏ ਜੇ ਤੁਸੀਂ ਪਰਮੇਸ਼ਰ ਦੇ ਵਿੱਚ ਜੇ, ਉਹ ਸਾਰੇ ਦੁੱਖ ਦੂਰ। ਵਚਨ ਦੇ ਵਿੱਚ ਲਿਖਿਆ ਧਰਮੀ ਉੱਤੇ ਮੁਸੀਬਤ ਜ਼ਰੂਰ ਆਵੇਗੀ, ਲੰਮਾ ਸਮਾਂ ਨਹੀਂ, ਥੋੜੇ ਸਮੇਂ ਵਾਸਤੇ। ਅਯੂਬ ਉੱਤੇ ਦੁੱਖ ਆਇਆ, ਇਹ ਮੌਕੇ ਪਰਮੇਸ਼ਰ ਸਾਨੂੰ ਵੀ ਚੈੱਕ ਕਰਦਾ ਜੀ, ਚੈੱਕ ਕਰਦਾ ਇਹ ਕਿੰਨੇ ਕੁ ਵਿਸ਼ਵਾਸ ਦੇ ਵਿੱਚ ਆ, ਕਿੰਨੇ ਕੁ ਈਮਾਨ ਦੇ ਵਿੱਚ ਆ, ਈਮਾਨ ਦੇ ਵਿੱਚ ਆ। ਔਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਹਿਰਦੇ ਤੋਂ ਕਬੂਲ ਕਰਨਾ। ਕਿੱਥੋਂ ਕਰਨਾ ਵਾ? ਹਿਰਦੇ ਤੋਂ। ਤੇ ਮੰਗਣਾ ਕਿ ਪ੍ਰਭੂ ਮੈਨੂੰ ਵਚਨ ਸੁਣਨ ਵਾਲਾ ਮਨ ਦੇ, ਵਚਨ ਨੂੰ ਸਿੱਖਣ ਵਾਲਾ ਮਨ ਦੇ, ਤਾਂ ਜੋ ਪ੍ਰਭੂ ਮੈਂ ਸਵਰਗ ਰਾਜ ਵਾਸਤੇ ਕੀ ਹੋ ਜਾਵਾਂ? ਤਿਆਰ ਹੋ ਜਾਵਾਂ। ਪ੍ਰਭੂ ਜਦੋਂ ਵੀ ਤੂੰ ਆਪਣੀ ਦੁਲਹਨ ਨੂੰ ਨਾਲ ਲੈ ਜਾਣ ਵਾਸਤੇ ਆਵੇਂ, ਪ੍ਰਭੂ ਉਹਦੇ ਵਿੱਚ ਮੈਂ ਵੀ ਸ਼ਾਮਲ ਜਾਣਾ ਕਿ ਨਹੀਂ ਸਵਰਗ ਦੇ ਵਿੱਚ? ਜਿੱਦਾਂ ਭਾਈ ਨੇ ਦੱਸਿਆ ਕਿ ਆਰਾਧਨਾ ਦੇ ਵਿੱਚ ਇੰਨਾ ਮਜ਼ਾ ਆਉਂਦਾ, ਜਦੋਂ ਉਸ ਜਗ੍ਹਾ ਤੇ ਜਾਵਾਂਗੇ ਜਿਹੜੀ ਬਿਨਾਂ ਹੱਥ ਲਾਇਆ ਤਲ ਤੇ ਸਵਰਗ ਦੇ ਵਿੱਚ ਬਣੀ ਹੋਈ ਹੈ, ਉੱਥੇ ਕਿੰਨਾ ਆਨੰਦ ਆਵੇਗਾ। ਕਿੰਨਾ ਆਨੰਦ ਆਵੇਗਾ, ਕਿੰਨਾ ਮਜ਼ਾ ਆਵੇਗਾ। ਜਿਹੜੇ ਲੋਕਾਂ ਨੇ ਤਿਆਰੀ ਕੀਤੀ ਉਹਨਾਂ ਬਾਅਦ ਵਿੱਚ ਪਛਤਾਉਣਾ। ਇਸ ਧਰਤੀ ਉੱਤੇ ਜਦੋਂ ਪ੍ਰਭੂ ਦੀ ਦੁਲਹਨ ਉਠਾਈ ਗਈ, ਫਿਰ ਕਸ਼ਟ ਆ, ਦੁਖੀ ਲੋਕਿਆ। ਪ੍ਰਭੂ ਦੇ ਸੰਤ ਜਨ ਜਦੋਂ ਉਠਾਏ ਗਏ, ਲੋਕਾਂ ਨੇ ਸੰਤਾਂ ਨੂੰ ਲੱਭਣਾ, ਸਾਨੂੰ ਵਚਨ ਸਿਖਾਉਣ, ਪਰ ਉਦੋਂ ਕੋਈ ਲੱਭਣਾ
ਨਹੀਂ ਆ। ਹੁਣ ਸਮੇਂ ਦੀ ਅਸੀਂ ਕਦਰ ਨਹੀਂ ਕਰਦੇ। ਵਚਨ ਦੇ ਵਿੱਚ ਲਿਖਿਆ ਸਮੇਂ ਨੂੰ ਲਾਭਦਾਇਕ ਕਰਕੇ ਜਾਣੋ, ਕਿਉਂ ਜੋ ਦਿਨ ਕੀ ਆ ਬੁਰੇ ਨੇ। ਇਹ ਸਮਾਂ ਬੁਰਾ ਚੱਲ ਰਿਹਾ ਵਾ, ਇਹ ਦਿਨ ਬਹੁਤ ਹੀ ਮਾੜੇ ਚੱਲ ਰਹੇ ਆ। ਅਸੀਂ ਆਪਣੀ ਸਮਝ ਉੱਤੇ ਇਤਬਾਰ ਕਰ ਰਹੇ ਹਾਂ। ਅੱਜ ਇਨਸਾਨ ਦੀ ਉਮਰ ਕਿੰਨੀ ਹੈ? ਮਹਾਨ ਜਾਂ ਕੋਈ 60-70 ਦਾ ਜਾਣ ਲਿਆ ਹੋਵੇ, ਕਹੋ ਤਾਂ 4 ਵਾਰ ਪਹਿਲਾਂ ਇਹਨਾਂ ਦੀ 13 ਨੂੰ और 16 ਨੂੰ ਧੰਨ ਹੈ ਉਹ ਆਦਮੀ ਜਿਹਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਹਨੂੰ ਸਮਝ ਪ੍ਰਾਪਤ ਹੁੰਦੀ ਹੈ। ਹਾਲੇਲੂਇਆ। ਧੰਨ ਹੈ ਉਹ ਆਦਮੀ ਜਿਹਨੂੰ ਬੁੱਧ ਲੱਭਦੀ ਹੈ। ਧੰਨ ਉਹ ਆਦਮੀ ਜਿਹਨੂੰ ਬੁੱਧ, ਹਾਲੇਲੂਇਆ। ਸਭ ਜਣ ਧਿਆਨ ਨਾਲ ਦਿਓ। ਧੰਨ ਹੈ ਉਹ ਆਦਮੀ ਜਿਹਨੂੰ ਬੁੱਧ ਕੀ ਹੈ? ਲੱਭਦੀ ਹੈ। ਤੇ ਦੂਸਰਾ ਧੰਨ ਮੈਂ ਨਹੀਂ ਕਹਿਣ ਡਿਆ, ਇਹ ਪਰਮੇਸ਼ਰ ਦਾ ਜ਼ਿੰਦਾ ਕਲਾਮ ਕਹਿਣ ਡਿਆ। ਧੰਨ ਆ ਉਹ ਮਨੁੱਖ ਜਿਹਨੂੰ ਬੁੱਧ ਲੱਭਦੀ ਆ, ਜਿਹਨੂੰ ਬੁੱਧ ਪ੍ਰਾਪਤ ਹੁੰਦੀ ਆ। ਹਾਲੇਲੂਇਆ। ਸੁਲੇਮਾਨ ਨੇ ਪਰਮੇਸ਼ਰ ਤੋਂ ਚੰਗੀ ਚੀਜ਼ ਮੰਗੀ, ਪ੍ਰਭੂ ਮੈਨੂੰ ਬੁੱਧ ਦੇ। ਫਿਰ ਬੁੱਧ ਦੇ ਨਾਲ ਹੀ ਉਹਨੇ ਉਸ ਪਰਦਾ ਦਾ ਨਿਉ ਕਰਨਾ ਸੀ। ਅੱਜ ਅਸੀਂ ਆਪਣੀ ਸਮਝ ਨਾਲ ਹੀ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਆ, ਇੱਕ ਦੂਜੇ ਨੂੰ ਕਹਿੰਦੇ ਨੇ ਤੇਰੀ ਗਲਤੀ ਹੈ, ਤੇਰੀ ਗਲਤੀ ਹੈ, ਤੂੰ ਸਹੀ ਨਹੀਂ ਹੈ। ਕੀ ਕਦੇ ਅਸੀਂ ਆਪਣੇ ਅੰਦਰ ਵੀ ਝਾਤੀ ਮਾਰੀ ਕਿ ਮੈਂ ਸਹੀ ਹਾਂ? ਅਸੀਂ ਕਿਹਨਾਂ ਚਾਹੁੰਦੇ ਹਾਂ ਆਪਣੀ ਬੋਧਨਾ। ਜਦੋਂ ਤੁਸੀਂ ਪਰਮੇਸ਼ਰ ਦੀ ਸਮਝ ਨਾਲ ਚੱਲੋਗੇ, ਜਿੱਥੇ ਵੀ ਤੁਸੀਂ ਜਾਓਗੇ ਲੋਕ ਹੈਰਾਨ ਹੋਣਗੇ। ਹੁਣ ਯੂਸਫ ਪਰਮੇਸ਼ਰ ਦੇ ਵਿੱਚ ਵਫਾਦਾਰ ਸੀ, ਉਹਦੇ ਕੋਲ ਵੀ ਚੰਗੀ ਬੋਧ ਸੀ। ਫਿਰ ਪਰਮੇਸ਼ਰ ਨੇ ਮਿਸਰ ਦੇ ਵਿੱਚ ਉਹਨੂੰ ਰਾਜਾ ਬਣਾਇਆ। ਕਿਉਂ? ਪਰਮੇਸ਼ਰ ਉਹਦੇ ਨਾਲ ਸੀ, ਉਹਦੇ ਕੋਲ ਕੀ ਸੀ? ਸਮਝ ਸੀ, ਬੁੱਧ ਸੀ। ਉਹਨੇ ਆਪਣੀ ਸਮਝ ਉੱਤੇ ਇਤਬਾਰ ਨਹੀਂ ਕੀਤਾ। ਅਸੀਂ ਕਰਦੇ ਹਾਂ ਮੈਨੂੰ ਬੜੀ ਸਮਝ ਆ। ਹੁਣ ਪਰਮੇਸ਼ਰ ਦਾ ਵਚਨ ਬਿਆਨ ਕਰਦਾ, ਕਹਿੰਦਾ ਧੰਨ ਹੈ ਉਹ ਆਦਮੀ ਜਿਹਨੂੰ ਬੁੱਧ ਲੱਭਦੀ ਹੈ, ਕਿਉਂ ਅਤੇ ਉਹ ਪੁਰਸ਼ ਜਿਹਨੂੰ ਸਮਝ ਪ੍ਰਾਪਤ ਹੁੰਦੀ ਹੈ। ਹਾਲੇਲੂਇਆ। ਧੰਨ ਹੈ ਉਹ ਆਦਮੀ। ਹੁਣ ਅਸੀਂ ਧੰਨ ਬਣਨਾ ਕਿ ਨਹੀਂ? ਇਹਦਾ ਤੁਹਾਨੂੰ ਮੁਬਾਰਕ ਕੌਮਾਂ ਉਸ ਨੂੰ ਕਹਿਣਗੀਆਂ, ਧਰਮੀ ਦੇ ਘਰ ਸਦਾ ਬਹਾਰ ਕਹਿਣਗੀਆਂ। ਧਰਮੀ ਦੇ ਘਰ ਦੂਜਿਆਂ ਦੇ ਨਹੀਂ, ਧਰਮੀ ਦੇ ਘਰ। ਜੇ ਹੋਵੋ ਤੁਸੀਂ ਧਰਮੀ, ਸ਼ੈਤਾਨ ਤੁਹਾਡਾ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਧਰਮ ਸੱਚਾਈ ਦੇ ਵਿੱਚ ਹੋਵੋ। ਤੁਸੀਂ ਆਪਣੇ ਮੂੰਹ ਦੇ ਲਫ਼ਜ਼ਾਂ ਤੋਂ ਸ਼ੈਤਾਨ ਨੂੰ ਡਾਂਟੋਗੇ, ਸ਼ੈਤਾਨ ਚਲਾ ਜਾਵੇਗਾ। ਤੁਹਾਡੇ ਬੋਲਾਂ ਦੇ ਵਿੱਚ ਇੰਨੀ ਕਸਾ ਮਾਰਦੀ ਆ, ਇਨਸਾਨ ਆਪਣੀ ਪਹਿਚਾਣ ਨਹੀਂ ਕਰਦਾ ਪਿਆ। ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਇਆ। ਉਹ ਤੁਹਾਡੇ ਬੋਲਾਂ ਦੇ ਵਿੱਚ ਇੰਨੀ ਪਾਵਰਫੁਲ ਸਮਰਥ ਆ। ਤੁਸੀਂ ਸ਼ੈਤਾਨ ਨੂੰ ਡਾਂਟੋ, ਸ਼ੈਤਾਨ ਚਲਾ ਜਾਵੇਗਾ ਕਦੋਂ? ਉਹ ਤੁਸੀਂ ਪਰਮੇਸ਼ਰ ਦੇ ਵਿੱਚ ਜਿਹੜੀ ਵੀ ਚੀਜ਼ ਤੁਸੀਂ ਮੂੰਹ ਤੋਂ ਬੋਲੋਗੇ, ਪਰਮੇਸ਼ਰ ਨੂੰ ਪੂਰਾ ਕਰੇਗਾ। ਹਾਲੇਲੂਇਆ। ਅਸੀਂ ਬੜਾ ਕੁਝ ਮੰਗਦੇ, ਮਿਲਦਾ ਕਿਉਂ ਨਹੀਂ? ਕਿਉਂ ਅਸੀਂ ਆਪਣੀ ਸਮਝ ਦੀ ਇਤਬਾਰ ਕਰਨੀ ਹੈ। ਪਰ ਪਰਮੇਸ਼ਰ ਨੂੰ ਜੇ ਪ੍ਰਸੰਨ ਕਰਨਾ, ਪਰਮੇਸ਼ਰ ਦੀ ਚੰਗੀ ਚੀਜ਼ ਮੰਗੋ। ਜਿਸ ਤਰ੍ਹਾਂ ਸੁਲੇਮਾਨ ਨੇ ਪਰਮੇਸ਼ਰ ਨੂੰ ਖੁਸ਼ ਕੀਤਾ, ਇਸੇ ਤਰ੍ਹਾਂ ਅਸੀਂ ਵੀ ਕੀ ਕਰਨਾ ਪਰਮੇਸ਼ਰ ਨੂੰ। ਹਾਂਜੀ, ਲਾਸਟ ਪੜ੍ਹੀ ਸੁਣੋ। ਵੱਡੀ ਉਮਰ ਉਹਦੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ। ਹਾਲੇਲੂਇਆ। ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਆ। ਵੇਖੋ, ਪਰਮੇਸ਼ਰ ਕੋ ਬਹੁਤ ਮੰਗਣ ਦੇ ਨਾਲ ਪਰਮੇਸ਼ਰ ਫਿਰ ਤੁਹਾਡੀ ਉਮਰ ਨੂੰ ਕੀ ਕਰੇਗਾ? ਲੰਬਿਆਂ ਕਰੇਗਾ। ਲੰਬੇ ਕਰੇਗਾ।
ਉਮਰ ਨੂੰ ਵਧਾਵੇਗਾ। ਤੁਹਾਡੇ ਧਰਤੀ ਉੱਤੇ ਦਿਨ ਵਧਣਗੇ। ਜਦੋਂ 28 ਜ਼ਬੂਰ ਪੜ੍ਹਦੇ ਹੋਏ ਵਿੱਚ ਲਿਖਿਆ ਤੂੰ ਆਪਣੇ ਦੋਤਰੇ ਤੇ ਪੋਤਰੇ ਵੇਖੇ। ਇਹ ਵਚਨ ਕਿਹਨਾਂ ਦੇ ਜੀਵਨ ਦੇ ਵਿੱਚ ਪੂਰਾ ਹੋਵੇਗਾ? ਜਿਹੜੇ ਪਰਮੇਸ਼ਰ ਦਾ ਡਰ ਉਹ ਆਪਣੇ ਜੀਵਨ ਦੇ ਵਿੱਚ, ਜਿਹੜੇ ਪਰਮੇਸ਼ਰ ਨੂੰ ਮਨ ਮੰਗਣਗੇ। ਪ੍ਰਭੂ ਮੈਨੂੰ ਤੇਰੇ ਵਚਨ ਸਿੱਖਣ ਵਾਲਾ ਮਨ ਦੇ, ਵਚਨਾਂ ਉੱਤੇ ਚੱਲਣ ਵਾਲਾ ਮਨ ਦੇ, ਵਚਨਾਂ ਨੂੰ ਸਮਝਣ ਵਾਲਾ ਮਨ ਦੇ। ਪ੍ਰਭੂ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰ ਸਕਾਂ। ਪ੍ਰਭੂ ਮੈਂ ਤੇਰੇ ਵਿੱਚ ਵਫਾਦਾਰੀ ਨਾਲ ਚੱਲ ਸਕਾਂ। ਉਹਨਾਂ ਵਾਸਤੇ ਪਰਮੇਸ਼ਰ ਕਹਿੰਦਾ ਧਰਤੀ ਉੱਤੇ ਉਮਰ ਕੀ ਹੋਵੇਗੀ? ਹੁਣ ਇਹ ਨਿੱਕੀ ਜਿਹੀ ਸ਼ਾਹ ਨੇ ਕਿੰਨੀ ਸਾਲ ਉਮਰ ਵਧਾਈ ਆਪਣੀ? 15 ਸਾਲ। ਉਹਨੇ ਕੀ ਕਿਹਾ ਭਲਾ? ਪਰਮੇਸ਼ਰ ਚੇਤੇ ਕਰ ਤੇਰੀ ਹਜ਼ੂਰੀ ਦੇ ਵਿੱਚ ਮੈਂ ਕਿੱਦਾਂ ਵਫਾਦਾਰੀ ਨਾਲ ਕਹਿ ਕੌਣ ਸਕਦਾ? ਤੂੰ ਚੇਤੇ ਕਰ। ਜੇ ਤੁਸੀਂ ਚੱਲੇ ਹੋਗੇ ਫਿਰ ਤੁਹਾਡੀ ਧਰਤੀ ਦੇ ਉੱਪਰ ਉਮਰ ਕੀ ਹੋਵੇਗੀ? ਲੰਬੀ ਹੋਵੇਗੀ। ਫਿਰ ਕਹਿੰਦਾ ਖੱਬੇ ਹੱਥ ਦੇ ਵਿੱਚ ਕੀ ਆ? ਕਹਿੰਦਾ ਧਨ ਤੇ ਆਦਰ ਵੀ ਆ। ਫਿਰ ਮੈਂ ਤੇਰੀ ਇੱਜ਼ਤ ਵੀ ਵਧਾਵਾਂਗਾ ਤੇ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਆਉਣ ਨਹੀਂ ਦੇਵਾਂਗਾ। ਅਯੂਬ ਦਾ ਕਿੰਨਾ ਨੁਕਸਾਨ ਹੋਇਆ ਤੇ ਪਰਮੇਸ਼ਰ ਨੇ ਡਬਲ ਕਰਕੇ ਦਿੱਤਾ। ਦਿੰਦਾ ਕਿ ਨਹੀਂ? ਦਿੰਦਾ ਕਿੰਨਾਂ ਨੂੰ ਆ? ਜਿਹੜੇ ਪਰਮੇਸ਼ਰ ਦੇ ਵਿੱਚ ਦੁੱਖਾਂ ਦੇ ਵਿੱਚੋਂ ਦੀ ਲੰਘਣ। ਹਾਲੇਲੂਇਆ। ਇਹ ਨਹੀਂ ਕਿ ਦੁੱਖ ਆ ਗਿਆ ਤੇ ਅਸੀਂ ਕਹਿਣਾ ਵੀ ਨਹੀਂ, ਅਸੀਂ ਦੁਆ ਵੀ ਕਰਦੇ ਆ, ਸੇਵਾ ਵੀ ਕਰਦੇ ਆ, ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਖਾਣਾ ਵੀ ਬਣਾਉਂਦੇ ਆ, ਔਰ ਰੋਜ਼ੇ ਵੀ ਰੱਖਦੇ ਆ, ਪ੍ਰਾਰਥਨਾ ਵੀ ਕਰਦੇ ਆ, ਸਾਨੂੰ ਮਿਲਦਾ ਕੁਝ ਵੀ ਨਹੀਂ। ਪਰਮੇਸ਼ਰ ਜਦੋਂ ਪ੍ਰਕਾਸ਼ ਦੀ ਪੋਥੀ 2 ਦੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਮੈਂ ਪ੍ਰਭੂ ਕਹਿੰਦਾ ਮੈਂ ਤੈਨੂੰ ਜਾਣਦਾ ਵਾਂ, ਤੇਰੀ ਮਿਹਨਤ ਨੂੰ ਵੀ, ਤੇਰੇ ਸਬਰ ਨੂੰ ਵੀ ਜਾਣਦਾ ਵਾਂ। ਪਰਮੇਸ਼ਰ ਸਾਡੇ ਸਬਰ ਨੂੰ, ਜੇ ਤੁਸੀਂ ਸਬਰ ਰੱਖਿਆ ਪਰਮੇਸ਼ਰ ਦੇ ਵਿੱਚ, ਪਰ ਇਹ ਨਹੀਂ ਕਿ ਇੱਕ ਜਗ੍ਹਾ ਤੋਂ ਹਟ ਕੇ ਦੂਜੀ ਵਿੱਚ ਲੱਗਣਾ ਨਹੀਂ, ਤੁਸੀਂ ਇੱਕ ਜਗ੍ਹਾ ਤੇ ਖੜੇ ਰਹੋ। ਉਹ ਸਾਈਕਲ ਦਾ ਵੀ ਕੀ ਹੁੰਦਾ ਵਾ? ਸਟੈਂਡ ਹੁੰਦਾ ਤੇ ਉਹ ਖੜਾ ਹੋ। ਹੁਣ ਕੁਝ ਲੋਕ ਉਹਦਾ ਪਾਸਟਰ ਜੀ ਨੂੰ ਪਤਾ ਵਾ, ਉਹਨਾਂ ਭਾਈ ਇੱਕ ਸਾਨੂੰ ਬੜੇ ਨਾਂ ਦੇ ਮੈਸੇਜ ਆ ਕਰਨ, ਉਹਨੇ ਚਰਚ ਘੱਟੋ ਘੱਟ ਵੀ 8 ਤੇ 9 ਬਦਲ ਲਏ ਆ। ਨਵੇਂ ਤੋਂ ਨਵਾਂ ਗਿਆਨ, ਨਵੇਂ ਤੋਂ ਨਵਾਂ ਗਿਆਨ। ਹੁਣ ਕਹਿੰਦਾ ਵੀ ਬਾਪ ਵੀ ਹੈ ਨਹੀਂ ਤੇ ਪਵਿੱਤਰ ਆਤਮਾ ਵੀ ਹੈ ਨਹੀਂ, ਇਕੱਲਾ ਯਿਸੂ ਮਸੀਹ। ਪਰ ਜਦੋਂ ਮੱਤੀ 28 ਬਾਪ ਪੜ੍ਹਦੇ ਉਹਦੇ ਵਿੱਚ ਲਿਖਿਆ ਵਾ ਬਾਪ, ਬੇਟਾ ਤੇ ਪਵਿੱਤਰ ਆਤਮਾ ਦੀ ਕੀ ਲੈਣਾ? ਬਪਤਿਸਮਾ ਲੈਣਾ। ਉਹ ਇਕੱਲਾ ਯਿਸੂ ਮਸੀਹ ਦੇ ਵਿੱਚ ਨਹੀਂ ਜਾਂਦਾ। ਮੈਂ ਕਿਹਾ ਭਾਈ ਇਹੀ ਕਰਨਾ ਬਹਿਸਣਾ ਨਹੀਂ ਆ, ਤੇ ਨਾ ਹੀ ਕਰਨਾ ਕੋਈ ਇਸ ਵਿਸ਼ੇ ਤੇ ਗੱਲ ਕਰਨੀ ਆ। ਕਿਉਂ ਮੰਨ ਲਓ ਜੇ ਅਸੀਂ ਬੈਠਦੇ ਆ, ਸ਼ੈਤਾਨ ਸਾਡੇ ਲਫ਼ਜ਼ਾਂ ਦੇ ਵਿੱਚੋਂ ਦੀ ਕੰਮ ਕਰੇਗਾ। ਹੋ ਸਕਦਾ ਕਿ ਉਹ ਸਾਨੂੰ ਕ੍ਰੋਧ ਆਵੇ, ਸ਼ੈਤਾਨ ਉਸ ਟਾਈਮ ਤੇ ਕੰਮ ਕਰੇ। ਅਸੀਂ ਇੱਕੋ ਗੱਲ ਕਹੀ ਭਾਈ ਕਰਨਾ ਬਹਿਸਣਾ ਨਹੀਂ ਆ। ਹਾਲੇਲੂਇਆ। ਕਿਉਂ ਉਹਨੇ ਚਰਚ ਬਦਲੇ ਤੇ ਫਿਰ ਸਿਸਟਮ ਵੀ ਵੱਖੋ ਵੱਖ। ਅਸੀਂ ਜਿੱਥੇ ਲੱਗੇ ਰਹਿਣਾ ਵਾ, ਕਿਉਂ ਪਰਮੇਸ਼ਰ ਸਾਨੂੰ ਵਧਾਵੇਗਾ। ਹਾਲੇਲੂਇਆ। ਔਰ ਅਸੀਂ ਪਰਮੇਸ਼ਰ ਤੋਂ ਕੀ ਮੰਗਣਾ ਵਾ? ਕਿੱਦਾਂ ਪਰਮੇਸ਼ਰ ਨੂੰ ਪਸੰਦ ਕਰ ਸਕਦੇ ਆ? ਕਿੱਦਾਂ ਪਸੰਦ ਕਰ ਸਕਦੇ ਪਰਮੇਸ਼ਰ ਨੂੰ? ਬੋਲੋ। ਭਾਜੀ ਕਹਿੰਦੇ ਵਫਾਦਾਰੀ ਨਾਲ। ਹੋਰ ਕੋਈ? ਚਲੋ ਦੱਸੋ ਫਿਰ ਸਮਾਪਤੀ ਕਰੀ। ਸਾਰੇ ਬੋਲੋ, ਕਿੱਦਾਂ ਪਸੰਦ ਕਰ ਸਕਦੇ ਆ? ਵੇਖ ਲਓ ਮੈਨੂੰ ਕਾਫੀ ਹੋ ਗਿਆ। ਦੁੱਖਾਂ ਦਾ ਕਦੇ ਲੰਘਾਂ ਦੇ ਕਰਤਾਰ ਬੜੇ ਪੜ੍ਹਾਈ ਹੋ ਯਾਦ ਕਰੋ। 15 ਮਿੰਟ ਦੀ ਸ਼ਬਦ ਕੁਝ ਰਹਿਣ ਦਾ ਪੱਲੇ ਕੁਝ ਪੈ ਜੇ ਇਹਨਾਂ ਲੰਮਾ ਜਦੋਂ। ਹਾਲੇਲੂਇਆ। ਨਹੀਂ ਟੋਪਿਕ ਇੱਕੋ ਹੀ ਰੱਖਿਆ, ਕੋਈ ਵਚਨ ਬਦਲਿਆ ਨਹੀਂ। ਸੁਲੇਮਾਨ ਨੇ ਕੀ ਮੰਗਿਆ ਸੀ? ਪਰਮੇਸ਼ਰ ਸੁਣਨ ਵਾਲਾ ਕਿਹਦੇ? ਮੈਂ ਕੀ ਪੁੱਛਾਂਗਾ? ਉਹਨਾਂ ਦੇ ਕਿਤਾਬ 3 ਦੇ 26 ਆਇਤ ਪੜ੍ਹਾਈ ਉਹਨਾਂ ਨੇ ਸਟਾਰਟ ਤੋਂ। ਹਾਲੇਲੂਇਆ। ਸੁਣਨ ਵਾਲਾ ਕੀ ਮੰਗਣਾ ਵਾ? ਮਨ ਮੰਗਣਾ। ਜੇ ਮਨ ਮੰਗਿਆ ਤੇ ਪਰਮੇਸ਼ਰ ਨੂੰ ਕੀ ਕੀਤਾ ਉਹਨੇ? ਖੁਸ਼ ਕੀਤਾ। ਪਰਮੇਸ਼ਰ ਉਹ ਤੋਂ ਪ੍ਰਸੰਨ ਹੋਇਆ ਕਿ ਨਹੀਂ? ਇਹਨੇ ਮੇਰੇ ਕੋਲ ਕੀ ਮੰਗੀ ਆ? ਚੰਗੀ ਚੀਜ਼ ਮੰਗੀ ਆ। ਚੰਗੀ ਚੀਜ਼ ਮੰਗੀ ਆ। ਹਾਲੇਲੂਇਆ। ਅਸੀਂ ਪਰਮੇਸ਼ਰ ਨੂੰ ਕਿੱਦਾਂ ਪਸੰਦ ਕਰ ਸਕਦੇ ਆ? ਸਾਨੂੰ ਮਨ ਮੰਗੇ, ਸੁਣਨ ਵਾਲਾ ਮਨ ਦੇ। ਕਿਹੜਾ ਮਨ ਮੰਗੇ? ਸੁਣਨ ਵਾਲਾ ਮਨ ਮੰਗਣਾ ਵਾ। ਹਰ ਰੋਜ਼ ਹੀ ਜਦੋਂ ਪ੍ਰਾਰਥਨਾ ਕਰਨੀ ਆ, ਪ੍ਰਭੂ ਤੂੰ ਮੇਰੀ ਬੁੱਧ ਨੂੰ ਖੋਲ,
ਮੈਨੂੰ ਸਮਾਂ ਦੇ ਪਿਤਾ